ਵਾਇਸ ਆਫ ਇੰਡੀਆ ਦੇ ਸਟੂਡੀਓ ਤੋਂ ਲਾਈਵ ਚੱਲ ਰਹੇ ਹਾਂ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਲਖਵਿੰਦਰ ਕੌਸ਼ਿਕ ਜੀ। ਅਸੀਂ ਹਰ ਰੋਜ਼ ਕਿਸਾਨੀ ਅੰਦੋਲਨ ਦੀ ਅਪਡੇਟ ਦੇਣ ਵਾਸਤੇ ਸਟੂਡੀਓ ਵਿੱਚ ਆਉਂਦੇ ਹਾਂ। ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਲਖਵਿੰਦਰ ਜੀ, ਅੱਜ ਵੀ ਕੱਲ ਵਾਂਗ ਵਿਨੀਪੈਗ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜੀ ਔਰ ਜਿਹੜਾ ਉਹ ਕਾਰਨਰ ਹੈ ਲੀਲਾ ਮੈਕਫਿਲਿਪ ਵਾਲਾ, ਜੀ ਜੀ ਉਸ ਮੈਕਫਿਲਿਪਸ ਦੇ ਕਾਰਨਰ ਤੇ ਅੱਜ ਵੀ ਬਹੁਤ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਹੱਥਾਂ 'ਚ ਹੋਰਡਿੰਗ ਫੜ ਕੇ ਜੀ ਕਿਸਾਨੀ ਅੰਦੋਲਨ ਦੀ ਹਮਾਇਤ ਦਾ ਨਾਅਰਾ ਬੁਲੰਦ ਕੀਤਾ ਜੀ ਬਿਲਕੁਲ। ਔਰ ਭਾਰਤ ਸਰਕਾਰ ਜਿਹੜੀ ਇਸ ਅੰਦੋਲਨ ਨੂੰ ਦਬਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਜੀ ਉਹਦੀ ਨਿਖੇਧੀ ਵੀ ਕੀਤੀ। ਜੀ ਜੀ ਬਿਲਕੁਲ। ਔਰ ਤੁਸੀਂ ਮੌਕੇ ਤੇ ਜਾ ਕੇ ਸਾਰੀ ਉਹ Coverage ਰੈਲੀ ਕੀਤੀ। ਔਰ ਸਾਰੀ ਉਹ ਜਿਹੜੀ ਸਿਚੁਏਸ਼ਨ ਸੀ ਉਹਦੀ ਕਵਰੇਜ ਕੀਤੀ। ਜੀ ਜੀ ਕੀ ਲੱਗਿਆ ਤੁਹਾਨੂੰ ਉਸ ਮੌਕੇ ਤੇ ਕਿ ਲੋਕਾਂ 'ਚ ਇੰਨਾ ਗੁੱਸਾ ਕਿਉਂ ਹੈ? ਜੀ ਬਿਲਕੁਲ। ਅਸੀਂ ਜਿਵੇਂ ਪਹਿਲਾਂ ਵੀ ਅਸੀਂ ਉੱਥੇ ਕਵਰੇਜ ਕੀਤੀ ਸੀ, ਅੱਜ ਵੀ ਅਸੀਂ ਮੌਕੇ ਦੇ ਉੱਤੇ ਜਾ ਕੇ ਕਵਰੇਜ ਕੀਤੀ ਆ। ਗਾਰਡਨ ਸਿਟੀ ਏਰੀਆ ਦੇ ਮੈਪਲ ਆਪਣਾ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਜਾ ਕੇ ਉੱਥੇ ਕਾਫੀ ਨੌਜਵਾਨ ਖੜੇ ਸੀ, ਇੱਕ ਫੈਮਿਲੀ ਵੀ ਖੜੀ ਸੀਗੀ ਪੂਰੀ, ਜਿਨ੍ਹਾਂ ਨਾਲ ਛੋਟੇ ਛੋਟੇ ਬੱਚੇ ਵੀ ਸੀਗੇ ਉਹਨਾਂ ਦੇ, ਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਜੀ। ਰੋਸ ਕਰ ਰਹੇ ਨੇ। ਹਾਂਜੀ, ਗੁੱਸਾ ਕਾਹਦਾ ਗੁੱਸਾ ਜੀ? ਮੈਂ ਉਹੀ ਤੁਹਾਨੂੰ ਪੁੱਛਿਆ ਸੀ। ਬਿਲਕੁਲ, ਜਿਹੜੇ ਕਿਸਾਨ ਮਾਰੂ ਨੀਤੀਆਂ ਨੇ ਜੀ, ਜਿਹੜੀਆਂ ਭਾਰਤ ਸਰਕਾਰ ਦੁਆਰਾ ਕਿਸਾਨਾਂ ਦੇ ਉੱਤੇ, ਭਾਰਤੀ ਕਿਸਾਨਾਂ ਦੇ ਉੱਤੇ ਥੋਪੀਆਂ ਜਾ ਰਹੀਆਂ ਨੇ। ਸਿਰਫ ਵੀ ਗਵਰਨਮੈਂਟ ਜਿਹੜੀ ਮੈਜੋਰਿਟੀ ਦੇ ਵਿੱਚ ਆ ਵੀ ਆਪਣੀਆਂ ਮਨਮਾਨੀਆਂ ਕਰ ਰਹੀ ਆ, ਜਿਹੜੀ ਕਿ ਉਹਨਾਂ ਨੂੰ ਜਿੱਦ ਆਪਣੀ ਛੱਡਣੀ ਚਾਹੀਦੀ ਆ, ਕਿਉਂਕਿ ਕਿਸਾਨ ਦੇ ਨਾਲ ਹਰ ਇੱਕ ਚੀਜ਼ ਜੁੜੀ ਹੋਈ ਆ, ਕੱਲਾ ਕੱਲਾ ਬੱਚਾ ਜੁੜਿਆ ਹੋਇਆ। ਜਿਵੇਂ ਦਿੱਲੀ ਦੇ ਬਰੂਹੇ ਦੇ ਉੱਤੇ ਚਾਰੇ ਪਾਸੇ ਹੁਣ ਜਿਹੜੇ ਕਿਸਾਨ ਨੇ ਵੱਖਰੇ ਵੱਖਰੇ ਸਟੇਟਾਂ ਤੋਂ ਉੱਥੇ ਪਹੁੰਚ ਚੁੱਕੇ ਨੇ, ਆਪਣਾ ਰੋਸ ਜ਼ਾਹਰ ਕਰ ਰਹੇ ਨੇ। ਇੱਕ ਗੱਲ ਤਾਂ ਚੰਗੀ ਹੋਈ ਵੀ ਭਾਰਤ ਸਰਕਾਰ ਨੇ ਜਿਹੜੇ ਜੇਕਰ ਕਿਸਾਨਾਂ ਨੂੰ ਵੈਸੇ ਕਹਿੰਦੇ ਆ ਜਾਂਦੇ ਜੀ, ਉਹਨਾਂ ਨੇ ਇੱਕ ਜਗ੍ਹਾ ਬੰਦ ਕਰ ਦੇਣਾ ਸੀਗਾ, ਪਰ ਜਿਹੜੇ ਇਹਨਾਂ ਨੇ ਦਿੱਲੀ ਤੋਂ ਆਪਣੇ ਪੰਜਾਬ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਹਰਿਆਣੇ ਵਾਲਿਆਂ ਨੇ ਜਿਹੜੇ ਬੈਰੀਕੇਡ ਲਾਏ, ਸੜਕਾਂ ਪੁੱਟੀਆਂ, ਪਾਣੀ ਦੀਆਂ ਬੁਛਾਰਾਂ ਛੱਡੀਆਂ ਜਾਂ ਟੀਅਰ ਗੈਸ ਛੱਡੀ ਹੈਗੀ ਆ, ਉਹ ਪੰਜਾਬੀਆਂ ਦੇ ਮੂਹਰੇ ਮਿੰਟੋ ਮਿੰਟ ਨਹੀਂ, ਉਹ ਜਿਹੜੇ ਨਾਕੇ ਲਾਏ ਸੀ ਨਹੀਂ ਉਹ ਰੁਕ ਸਕੇ। ਪਰ ਇਹਨਾਂ ਨੂੰ ਇਹ ਸੀਗਾ ਜਾ ਕੇ ਵੀ ਇਹ ਦਿੱਲੀ ਹੁਣ ਕਿਸੇ ਗਰਾਊਂਡ ਦੇ ਵਿੱਚ ਵੜ ਜਾਣ, ਜਿਵੇਂ ਖਬਰਾਂ ਆ ਰਹੀਆਂ ਨੇ, ਪਰ ਪੰਜਾਬੀਆਂ ਨੇ ਮਸਲਿਆ ਹੈਗਾ ਵੀ ਨਹੀਂ, ਇਹ ਜਿਹੜੇ ਪੰਜਾਬੀਆਂ ਨੂੰ ਲੋਕ ਮਤਲਬ ਭਾਰਤ ਸਰਕਾਰ ਜਿਹੜੇ ਹੈਗੇ ਨੇ ਵੀ ਇਹ 2% ਨੇ, ਉਹ 2% ਨੇ ਜੀ 98% ਨਾਲ ਜੋੜ ਲਏ। ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕੀਤੀ। ਔਰ ਸਭ ਤੋਂ ਵੱਡੀ ਗੱਲ ਕੀ ਸੀ ਕਿ ਅਸਲ ਵਿੱਚ ਪੰਜਾਬ ਤੋਂ ਗਏ ਕਿਸਾਨ, ਜਿਨ੍ਹਾਂ ਦੀ ਅਗਵਾਈ ਹਰਿਆਣੇ ਵਾਲੇ ਬਾਰਡਰ ਤੋਂ, ਸ਼ੰਭੂ ਬਾਰਡਰ ਤੋਂ ਹਰਿਆਣੇ ਦੇ ਕਿਸਾਨਾਂ ਨੇ ਕਰਨੀ ਸ਼ੁਰੂ ਕੀਤੀ ਸੀਗੀ, ਉਹਨਾਂ ਨੇ ਇਹ ਸਰਕਾਰ ਦੀ ਬਦਨੀਤੀ ਦਾ ਅੰਦਾਜ਼ਾ ਲਾ ਲਿਆ ਸੀਗਾ ਕਿ ਜਿਹੜੇ ਸਾਨੂੰ ਬੈਰੀਅਰ ਲਾ ਕੇ ਰੋਕਦੇ ਪਏ ਆ, ਇਹ ਦਿੱਲੀ ਜਾ ਕੇ ਵੀ ਸਾਡੇ ਨਾਲ ਕੋਈ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਨ ਲਈ ਤਿਆਰ ਨਹੀਂ ਹੋਣਗੇ। ਇਹ ਵਿਨੀਪੈਗ ਤੇ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਸੀ, ਕੱਲ ਵੀ ਰੈਲੀ ਹੋਈ, ਕੱਲ ਵੀ ਵਾਇਸ ਆਫ ਇੰਡੀਆ ਵੱਲੋਂ ਇਸ ਸਾਰੀ ਸਿਚੁਏਸ਼ਨ ਨੂੰ, ਸਾਰੀ ਰੈਲੀ ਨੂੰ ਔਰ ਲੋਕਾਂ ਦੇ ਗੁੱਸੇ ਨੂੰ ਕਵਰ ਕੀਤਾ ਗਿਆ। ਉਹਦੀ ਕਵਰੇਜ ਕੀਤੀ ਗਈ ਔਰ ਸਾਡੇ ਸਾਰੇ ਸਰੋਤਿਆਂ ਨਾਲ, ਦਰਸ਼ਕਾਂ ਨਾਲ ਸਾਂਝੀ ਕੀਤੀ ਗਈ। ਅੱਜ ਵੀ ਤੁਸੀਂ ਜਾ ਕੇ ਮੌਕੇ ਤੇ ਵਾਇਸ ਆਫ ਇੰਡੀਆ ਵੱਲੋਂ ਇਹ ਕਵਰੇਜ ਕੀਤੀ ਹੈਗੀ ਆ। ਸਾਡਾ ਫਰਜ਼ ਬਣਦਾ, ਸਾਡੀ ਡਿਊਟੀ ਹੈ ਕਿ ਜੇ ਇੰਡੀਆ ਦੇ ਕਿਸਾਨ ਜਿਹੜੇ ਹੈਗੇ ਉਹ ਆਪਣੀ ਹੱਕੀ ਮੰਗਾਂ ਵਾਸਤੇ ਇਕਜੁੱਟ ਹੋਏ ਆ ਔਰ ਉਹਨਾਂ ਦੀ ਸਪੋਰਟ ਵਾਸਤੇ ਜਿੱਥੇ ਜਿੱਥੇ ਵੀ ਪੰਜਾਬੀ ਹੈਗੇ ਆ, ਜਿੱਥੇ ਜਿੱਥੇ ਵੀ ਇੰਡੀਅਨ ਜਾਗਦੀ ਜ਼ਮੀਰ ਵਾਲੇ ਲੋਕ ਹੈਗੇ ਆ, ਉਹਨਾਂ ਨੇ ਪ੍ਰੋਟੈਸਟ ਕੀਤੇ ਹੈਗੇ ਤੇ ਉਹਨਾਂ ਦੀ ਪ੍ਰੋਟੈਸਟ ਦੀ ਕਵਰੇਜ ਕੀਤੀ ਜਾਵੇ। ਜੀ ਬਿਲਕੁਲ। ਅਸੀਂ ਨਾਲ ਦੀ ਨਾਲ ਸਾਡੀ ਰਿਪੋਰਟ ਆ ਜਿਹੜੀ ਮੇਰੀ ਤੇ ਵਰਿੰਦਰ ਭਿੰਡਰ ਜੀ ਵੱਲੋਂ ਅਸੀਂ ਮੌਕੇ ਦੇ ਉੱਤੇ ਕਵਰੇਜ ਕੀਤੀ ਆ, ਤੁਸੀਂ ਨਾਲੋਂ ਨਾਲ ਤੁਸੀਂ ਇਹ ਦੇਖ ਸਕਦੇ ਹੋ। ਪੇਸ਼ਾ ਤੁਹਾਡੇ ਸਾਹਮਣੇ ਇੱਕ ਰਿਪੋਰਟ। ਤੈਨੂੰ ਦਿੱਲੀ ਇਹ ਨਹੀਂ ਘੱਟ ਪਰੇਸ਼ਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਅੱਜ ਅਸੀਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਗਾਰਡਨ ਸਿਟੀ ਏਰੀਆ ਦੇ ਵਿੱਚ ਖੜ੍ਹੇ ਹਾਂ, ਜਿੱਥੇ ਨੌਜਵਾਨਾਂ ਵੱਲੋਂ ਇੱਕ ਕਾਰ ਰੈਲੀ ਕੱਢੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਕੁਝ ਨੌਜਵਾਨ, ਕੁਝ ਭੈਣਾਂ, ਸਟੂਡੈਂਟ ਬੱਚੇ ਨੇ ਜਿਹੜੇ ਇਹ ਫਾਰਮਰਾਂ ਦੇ ਉਹਨਾਂ ਦੇ ਸੰਬੰਧ ਵਿੱਚ ਖੜ੍ਹੇ ਨੇ, ਜੋ ਕਿ ਭਾਰਤ ਸਰਕਾਰ ਦੁਆਰਾ ਕਿਸਾਨ ਮਾਰੂ ਨੀਤੀਆਂ ਜਿਹੜੇ ਬਿੱਲ ਨੇ ਜਿਹੜੇ ਲਾਗੂ ਕੀਤੇ ਗਏ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਹੋ ਰਹੇ ਨੇ। ਅੱਜ ਵਿਨੀਪੈਗ ਦੇ ਗਾਰਡਨ ਸਿਟੀ ਏਰੀਆ ਦੇ ਵਿੱਚ ਅਸੀਂ ਖੜ੍ਹੇ ਹਾਂ ਤੇ ਇੱਥੋਂ ਨੌਜਵਾਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਦਾ ਕੀ ਕਹਿਣਾ ਹੈ। ਇਹ ਬਹੁਤ ਗਲਤ ਨੀਤੀਆਂ ਸਰਕਾਰ ਦੀਆਂ ਕਿ MSP ਹੋ ਰਹੇ ਨੇ, MSP ਤੋਂ ਬਾਅਦ ਕਿਸਾਨ ਕੋ ਰਹਿ ਕੀ ਜਾਂਦਾ ਜੀ। ਜੇ ਹੁਣ ਕਾਰਪੋਰੇਟ ਸੈਕਟਰ ਵੱਲ ਜਾਂਦੇ ਨੇ, ਜਿਹੜੇ ਲੋਕ ਵੋਟ ਕਰ ਰਹੇ ਨੇ ਕਿ ਕਾਰਪੋਰੇਟ ਸੈਕਟਰ ਦਾ बहुत ज़्यादा लापरवाही बरती जा रही है।
ਤੋਂ ਆ, ਚਾਹੇ ਅਸੀਂ ਇੱਥੇ ਬੈਠੇ ਹਾਂ ਪਰ ਸਟਿਲ ਅਸੀਂ ਹੈ ਤਾਂ ਫਾਰਮਰਸ ਫੈਮਲੀਜ਼ ਨੂੰ ਬਿਲੋਂਗ ਕਰਦੇ ਹਾਂ, ਰਾਈਟ? ਇਫ ਦੇਰ ਇਜ਼ ਨੋ ਫਾਰਮਰਸ ਦੇਰ ਇਜ਼ ਨੋ ਫੂਡ, ਦੇਰ ਇਜ਼ ਨੋ ਫਿਊਚਰ ਫॉर ਐਨੀਬਡੀ। ਸੋ ਪੰਜਾਬ ਸਾਰੇ ਨੌਜਵਾਨ ਹਰਿਆਣਾ ਸਾਰੀ ਸਟੇਟ ਤੋਂ ਲੱਗੇ ਹੋਏ ਨੇ, ਜ਼ਰੂਰ ਜੀ ਵਿੱਚ ਭਾਗੇ ਕਰਾਂਗੇ। ਤੁਹਾਨੂੰ ਕੀ ਲੱਗਦਾ ਜੀ ਕਿ ਜਿਹੜੀ ਫਿਲਮੀ ਐਕਟਰੈਸ ਆ ਜਿਹੜੀ ਕੰਗਣਾ ਰਾਵਤ ਆ ਉਹ ਕਹਿੰਦੀ ਆ ਵੀ ਜਿਹੜੀਆਂ ਇੱਥੇ ਲੇਡੀਜ਼ ਆਈਆਂ ਨੇ ਜਾਂ ਬਜ਼ੁਰਗ ਮਾਈਆਂ ਆਈਆਂ ਨੇ 100 ਰੁਪਏ ਤੇ ਆਈਆਂ ਇਹ ਬਿਲਕੁਲ ਗਲਤ ਆ, ਕਿਉਂਕਿ ਤੁਸੀਂ ਘਰੇ ਬੈਠੇ ਵੀ ਕਿਸੇ ਤੇ ਇੰਨੀ ਵੱਡੀ ਸਟੇਟਮੈਂਟ ਨਹੀਂ ਦੇ ਸਕਦੇ ਜੀ। ਤੁਸੀਂ ਦੇਖ ਸਕਦੇ ਹੋ ਕਿ ਵੀ ਜਿੰਨੇ ਬਜ਼ੁਰਗ ਨੇ ਸਾਡੀ, ਜਦੋਂ ਅਸੀਂ ਟਿਕਟੌਕ ਤੇ ਜਾਂ ਕਿਸੇ ਹੋਰ ਵੀਡੀਓ ਦੇਖਦੇ ਹਾਂ, ਸਾਡੀ ਖੁਦ ਨੂੰ ਆਉਂਦੀ ਹੈ ਕਿ ਸਾਡੇ ਬਜ਼ੁਰਗ ਉਹ ਨਾਲ ਜਾ ਕੇ ਉਹ ਇਹਨਾਂ ਪੀਪਲ ਦੇ ਸਾਰੇ ਨੇ ਇਹਨਾਂ ਨੂੰ ਸਮਾਜ ਚਲਾਇਆ। ਇਹ ਬਿਲਕੁਲ ਗਲਤ ਸਟੇਟਮੈਂਟ ਆ, ਨੂੰ ਆਪ ਇਹਨਾਂ ਨੂੰ ਆਪ ਬਾਹਰ ਨਿਕਲਣਾ ਚਾਹੀਦਾ, ਉਹਨਾਂ ਨੂੰ ਆਪ ਤੋਂ ਦਿਖਾਉਣਾ ਚਾਹੀਦਾ, ਆਪਾਂ ਨੂੰ ਲੱਗੇ ਬਾਈਕਾਟ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪਤਾ ਲੱਗੇ ਕਿ ਵੀ ਹਾਂ ਵੀ ਬਜ਼ੁਰਗ ਕਿਸ ਤੋਂ ਦੇਖ ਸਕਦੇ ਹੋ ਜਿਹੜੇ ਇੱਥੋਂ ਵੀ ਇਹ ਮੇਨ ਇੰਟਰਸੈਕਸ਼ਨ ਹੈਗਾ ਲੀਲਾ ਐਂਡ ਮੈਕਫਿਲਸ ਦਾ ਗਾਰਡਨ ਸਿਟੀ ਦੇ ਵਿੱਚ ਆਪਾਂ ਖੜੇ ਹਾਂ। ਇੱਥੇ ਬਹੁਤ ਤਰ੍ਹਾਂ ਦਾ ਕੱਟ ਜਾਮ ਜਿਹੜਾ ਉਸਦਾ ਪਬਲਿਕ ਸਾਥ ਦਿੰਦੀ ਆ ਆਮ ਕਰਕੇ। ਅਸੀਂ ਕੁਝ ਨੌਜਵਾਨ ਇੱਧਰ ਵੀ ਖੜੇ ਨੇ, ਇਹਨਾਂ ਨੂੰ ਵੀ ਕੁਝ ਪੁੱਛਣਾ ਚਾਹੁੰਦੇ ਹਾਂ। ਹਾਂਜੀ, ਤੁਸੀਂ ਕੀ ਸੋਚਦੇ ਇਸ ਬਾਰੇ? ਮੈਂ ਸੋਚਦਾ ਜਿੱਦਾਂ ਹੁਣ ਆਪਣੀ ਇੰਡੀਆ 70% ਕਿਸਾਨ 5 ਏਕੜ ਤੋਂ ਜ਼ਮੀਨ ਘੱਟ ਆ ਉਹਨਾਂ ਦੀ, ਜਿਹੜੇ ਹੁਣ ਆਰਡੀਨੈਂਸ ਪਾਸ ਕੀਤੇ ਗਏ ਆ ਜੀ ਇਹ ਬਿਲਕੁਲ ਅਗਰ ਕਿਸਾਨ ਸੁਣਦੀ ਨੇ ਜੀ ਸਾਨੂੰ ਜਾ ਕੇ ਸਾਹਮਣੇ ਕੰਮ ਜਿਹੜੇ ਜਿੰਦੇ ਨੇ ਵਾਪਸ ਦੇ ਕਿਸਾਨਾਂ ਦੀ ਪਾਵਾਂਗੇ, ਥੋੜਾ ਜਿਹਾ ਜ਼ਰੂਰ ਪਾਵਾਂਗੇ ਜੀ। ਤੇ ਬਾਕੀ ਜੀ ਹਰ ਸਰਕਾਰ ਨੇ ਇਹ ਬੇਨਤੀ ਹੈ ਕਿ ਜਿੰਨੀ ਜਲਦੀ ਆਪਣੀ ਜੀ 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 ਆਪਾਂ ਦੇਖਦੇ ਹਾਂ ਦੇਖ ਸਕਦੇ ਹੋ ਜਿਹੜੇ ਲੰਘਣ ਵਾਲੇ ਲੋਕ ਨੇ ਆਨ ਕਰਕੇ ਜਾਂਦੇ ਨੇ ਲੋਕ ਆਸ ਦੇ ਨਾਲ ਹੀ ਜਿਹੜਾ ਉਹ ਇੱਕ ਤਰ੍ਹਾਂ ਨਾਲ ਮਤਲਬ ਦਿੱਤੀ ਜਾਂਦੀ ਆ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਤਾਨਾਸ਼ਾਹੀ ਵਤੀਰਾ ਹੁਣ ਬਹੁਤ ਹੋ ਗਿਆ, ਇਹਦਾ ਰਾਹ ਬਦਲ ਕੇ ਜੇ ਚੰਗੇ ਰਹਿਣਗੇ ਜਲਦੀ ਤੋਂ ਜਲਦੀ ਵਾਪਸ ਆ ਜਾਣ ਤਾਂ ਬਿਲ ਸਾਰੇ, ਕਿਉਂਕਿ ਹੁਣ ਜੇ ਖਾਂਦਾ ਤੇ ਨਾਲ ਇੱਦਾਂ ਹੋ ਰਿਹਾ ਅੱਜ ਦੇ ਟਾਈਮ 'ਤੇ ਤਾਂ ਲੋਕ ਨਾਲ ਕੀ ਵਤੀਰਾ ਨਹੀਂ ਤੁਹਾਨੂੰ ਪਤਾ ਹੀ ਹੈ ਜੀ। ਅਸੀਂ ਹੱਦ ਤੱਕ ਉਹਨਾਂ ਦੇ ਨਾਲ ਆ, ਨਾਲ ਟਾਈਮ ਅਸੀਂ ਸਪੋਰਟ ਕਰਦੇ ਹਾਂ। ਸੋ ਵੱਧ ਤੋਂ ਵੱਧ ਜਿਹੜਾ ਵੀ ਹੈਸ਼ਟੈਗ ਚੱਲ ਰਿਹਾ ਉਹਨੂੰ ਸਪੋਰਟ ਜੀ। ਕਰਨ। ਸੋ ਆਪਾਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਦੂਜੀ ਸੱਟ ਮਾਰਦੇ। ਬਿਲਕੁਲ, ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਆਪਣੇ ਪੰਜਾਬ ਦੇ ਵਿੱਚ, ਬੇਸ਼ੱਕ ਅਸੀਂ ਪੰਜਾਬ ਤੋਂ ਬਾਹਰ ਨਿਕਲ ਆਏ ਹਾਂ ਪਰ ਸਾਡੇ ਦਿਲ ਦੇ ਵਿੱਚੋਂ ਪੰਜਾਬ ਨਹੀਂ ਨਿਕਲਦਾ। ਸਾਡੇ ਨਾਲ ਇੱਕ ਨੌਜਵਾਨ ਹੋਰ ਆ, ਇਹਨਾਂ ਨੂੰ ਵੀ ਪੁੱਛਣਾ ਚਾਹੁੰਦੇ ਹਾਂ। ਤੁਹਾਨੂੰ ਕੀ ਲੱਗਦਾ ਜੀ ਵੀ ਇਹ ਸੈਂਟਰ ਸਰਕਾਰ ਆ ਜਿਹੜੀ ਕਾਨੂੰਨ ਆ ਜਿਹੜੇ ਵਾਪਸ ਲੈ ਜੂਗੀ? ਜਿਸ ਹਿਸਾਬ ਨਾਲ ਤਾਂ ਪਤਾ ਪੂਰੇ ਜੀ ਹਿਊਮਨ ਰਾਈਟ ਹੈਗੇ ਨੇ ਆਪਣੇ ਪੰਜਾਬ ਦੇ ਡੈਮੋਕ੍ਰੇਟਿਕ ਰਾਈਟ ਹੈਗੇ ਨੇ, ਇਸ ਕਰਕੇ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਨੇ ਜੀ। ਇਹ ਮਾਹੌਲ ਖਰਾਬ ਹੋ ਰਿਹਾ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੀ ਆ ਸਾਰੇ ਪ੍ਰੋਟੈਸਟ ਕਰ ਰਹੇ ਨੇ, ਨਹੀਂ ਚੱਲਦਾ ਰਿਹਾ ਕਿ ਮਾਹੌਲ ਖਰਾਬ ਹੋਇਆ ਦਿੱਲੀ ਦੇ ਕੰਮ ਆਪਾਂ ਇਤਿਹਾਸ ਹੋਇਆ ਆਪਣੇ ਨਾਲ ਦੁਬਾਰਾ ਵਾਪਰੇ, ਉਸੇ ਕਰਕੇ ਕੈਪਟਨ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ। ਜੀ ਦੇਖੋ, ਜਿਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਬਹੁਤ ਤਰ੍ਹਾਂ ਦੇ GT ਰੋਡ ਦੇ ਉੱਤੇ ਖੱਡੇ, ਜਿਹੜਾ NHAI ਹੈਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਹਦੀਆਂ ਰੂਲ ਐਂਡ ਰੈਗੂਲੇਸ਼ਨ ਨੇ ਵੀ ਤੁਸੀਂ 1 ਇੰਚ ਸੜਕ ਨਹੀਂ ਕੋਈ ਪੱਟ ਸਕਦਾ, ਕੋਈ ਜ਼ਿਮੀਂਦਾਰ ਜਾਂ ਕੋਈ ਹੋਰ ਵੱਡਾ। ਉੱਥੇ ਲੋਕਲ ਸਰਕਾਰ ਨੇ, ਹਰਿਆਣੇ ਦੀ ਸਰਕਾਰ ਨੇ ਪੰਜਾਬੀਆਂ ਨਾਲ ਧੱਕਾ ਕਰਦੇ ਵੀ ਇਹਨਾਂ ਨੂੰ ਅਸੀਂ ਦਿੱਲੀ ਨਹੀਂ ਪਹੁੰਚਣ ਦੇਣਾ ਹੈਗਾ, ਤੇ ਉੱਥੇ ਐਡੇ ਐਡੇ ਟੋਏ ਪੱਦ ਨੇ। ਕੌਣ ਜ਼ਿੰਮੇਵਾਰ ਆ? ਕੀ ਕਾਨੂੰਨ ਉਹਨਾਂ ਵਾਸਤੇ ਵੀ ਸੇਮ ਹੋਊਗਾ ਜਿਹੜਾ ਇੱਕ ਆਮ ਨਾਗਰਿਕ ਲਈ ਹੁੰਦਾ? ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਇੱਕ ਰੈਲੀ ਨਿਕਲਣ ਵਾਲੀ ਹੈ ਥੋੜ੍ਹੀ ਦੇਰ ਦੇ ਵਿੱਚ। ਅਸੀਂ ਵੌਇਸ ਆਫ ਇੰਡੀਆ ਤੋਂ ਵਿਨੀਪੈਗ ਸਟੂਡੀਓ ਤੋਂ ਮੈਂ ਲਖਵਿੰਦਰ ਕੌਸ਼ਿਕ, ਮੇਰੇ ਨਾਲ ਕੈਮਰਾਮੈਨ ਵਰਿੰਦਰ ਨੇ, ਤੇ ਵੌਇਸ ਆਫ ਇੰਡੀਆ ਵਿਨੀਪੈਗ। ਥੈਂਕ ਯੂ। ਲਖਵਿੰਦਰ ਜੀ, ਹੁਣੇ ਅਸੀਂ ਦੇਖ ਰਹੇ ਸੀ ਕਿ ਝਲਕੀਆਂ ਉਸ ਰੈਲੀ ਦੀਆਂ ਕਿ ਕਿਵੇਂ ਨੌਜਵਾਨਾਂ ਦੇ ਵਿੱਚ ਕਿਵੇਂ ਸਾਡੇ ਲੋਕਾਂ 'ਚ ਉਤਸ਼ਾਹ ਹੈ ਔਰ ਰੋਸ ਹੈ ਭਾਰਤ ਸਰਕਾਰ ਦੇ ਖਿਲਾਫ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ ਕਿ ਇਕੱਲੇ ਭਾਰਤ ਦੇ ਲੋਕਾਂ ਦੇ ਵਿੱਚ ਰੋਸ ਨਹੀਂ ਹੈ, ਸਗੋਂ ਇਸ ਕਿਸਾਨੀ ਅੰਦੋਲਨ ਨੂੰ ਬਾਹਰ ਬੈਠੇ ਭਾਰਤੀਆਂ ਦਾ, ਬਾਹਰ ਬੈਠੇ ਪੰਜਾਬੀਆਂ ਦਾ ਜਿੱਡਾ ਵੱਡਾ ਸਮਰਥਨ ਮਿਲਿਆ, ਇਹ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ। ਜੀ ਬਿਲਕੁਲ, ਆਪਾਂ ਕੈਨੇਡਾ ਦੇ ਵਿੱਚ ਬੈਠੇ ਹਾਂ ਤੇ ਇੱਥੇ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਦੇ ਵਿੱਚ ਕਿਸਾਨਾਂ ਦੀ ਜਿਹੜੀ ਹਮਾਇਤ ਕੀਤੀ ਆ। ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ ਜਿਹੜੀ ਇਹ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ।
ਬਕਾਇਦਾ ਉਹਨਾਂ ਨੇ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਜੀ ਕਿ ਇੱਕ ਸ਼ਾਂਤਮਈ ਅੰਦੋਲਨ ਹੈ, ਜੀ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਪ੍ਰੋਟੈਸਟ ਕਰਦਾ ਉਹਨੂੰ ਰਾਈਟ ਹੈ ਜੀ, ਬਿਲਕੁਲ। ਕੈਨੇਡਾ ਵਿੱਚ ਸੜਕ ਨੂੰ ਪ੍ਰੋਟੈਸਟ ਕਰਨ ਦਾ ਰਾਈਟ ਹੈਗਾ ਜੀ, ਬਿਲਕੁਲ। ਔਰ ਗੱਲ ਭਾਵੇਂ ਕੋਈ ਹੋਵੇ ਜੀ, ਕਿਸਾਨਾਂ ਦੇ ਜ਼ਿੰਦਗੀ ਨਾਲ ਜੁੜੀ ਹੋਈ, ਉਹਨਾਂ ਦੇ ਫਿਊਚਰ ਨਾਲ ਜੁੜੀ ਹੋਈ ਗੱਲ ਹੈ ਤੇ ਉਹਨਾਂ ਨੂੰ ਰਾਈਟ ਜਿਹੜਾ ਉਹਨਾਂ ਕੋਲ ਖੋਇਆ ਜਾ ਰਿਹਾ। ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਸ ਗੱਲ ਦੀ ਨਿਖੇਧੀ ਸਖਤ ਸ਼ਬਦਾਂ ਦੇ ਵਿੱਚ ਕੀਤੀ ਆ। ਮੈਨੂੰ ਇਸ ਗੱਲ ਤੇ ਇੱਕ ਗੱਲ ਯਾਦ ਆਉਂਦੀ ਜੀ, ਜਦੋਂ ਉਹਨਾਂ ਨੂੰ ਕਿਸਾਨਾਂ ਵੱਲੋਂ ਜਦੋਂ ਮੀਟਿੰਗ ਕੀਤੀਆਂ ਜਾਂਦੀਆਂ ਜਾਂ ਬਿਆਨ ਦਿੱਤੇ ਜਾਂਦੇ ਆ ਜਾਂ ਉਹ ਸਪੀਚ ਕੀਤੀ ਜਾਂਦੀ ਆ ਤੇ ਭਾਰਤ ਸਰਕਾਰ ਦੇ ਬਹੁਤੇ ਜਿਹੜੇ ਜ਼ਿੰਮੇਵਾਰ ਬੰਦੇ ਆ ਉਹ ਕੰਨਾਂ ਘੇਸਲ ਮਾਰ ਲੈਂਦੇ ਆ ਕਿ ਸਾਨੂੰ ਸਮਝ ਨਹੀਂ ਆਉਂਦੀ ਕੀ ਕਹਿੰਦੇ ਆ ਜੀ। ਬਿਲਕੁਲ। ਹੁਣ ਜਿਵੇਂ 2-3 ਵਾਰੀ ਮੀਟਿੰਗਾਂ, ਤੀਜੇ ਦੌਰ ਦੀ ਮੀਟਿੰਗ ਹੋਈ ਆ, ਕਰਦੇ ਕੀ ਨੇ ਇਹ ਕੁਛ ਨਾ ਕੁਛ ਇਹ ਜਿਹੜੇ ਸੰਬੰਧਿਤ ਅਧਿਕਾਰੀ ਹੁੰਦੇ ਨੇ, ਜਿਹੜੇ ਆਪਣੇ ਖੇਤੀਬਾੜੀ ਨਾਲ ਅਧਿਕਾਰੀ ਨੇ, ਤੇ ਕੁਛ ਇੱਕ ਨਾ ਤਾਂ ਲੀਡਰ ਨੂੰ ਬੁਲਾ ਲੈਂਦੇ ਨੇ। ਉਹਨਾਂ ਨਾਲ ਕੀ ਹੁੰਦਾ ਜੀ, ਅਸੀਂ ਅਗਲੀ ਮੀਟਿੰਗ ਕਰਾਂਗੇ। ਉਹ ਉੱਥੇ ਮਤਲਬ ਉਹਨਾਂ ਦੀ ਚਾਲ ਇਹ ਹੁੰਦੀ ਆ ਵੀ ਇਹਨੂੰ ਥੋੜਾ ਜਿਹਾ ਲਮਕਾਇਆ ਜਾਵੇ, ਜਾਂ ਜਿਵੇਂ ਹੁਣ ਪਿੱਛੇ ਜੇ ਸਰਕਾਰ ਦੀਆਂ ਚਾਲਾਂ ਸੀਗੀਆਂ ਵੀ ਇਹਨਾਂ ਦੇ ਵਿੱਚ ਪਾੜ ਪਾ ਕੇ ਤੇ ਇਹਨੂੰ ਬਖਰੇਵਾ ਕੀਤਾ ਜਾਵੇ। ਪਹਿਲਾਂ ਕਿਹਾ ਗਿਆ ਵੀ 31 ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹ ਆਉਣ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਬਟ ਆਪਣੇ ਪੰਜਾਬੀਆਂ ਨੇ ਕਿਹਾ ਵੀ ਨਹੀਂ, ਅਸੀਂ ਜੇ ਇਕੱਠੀਆਂ ਤਾਂ ਕਿਉਂਕਿ ਮੂਵਮੈਂਟ ਸਾਰੇ ਦੇਸ਼ ਦੀ ਬਣ ਚੁੱਕੀ ਹੈ। ਮੈਂ ਤੁਹਾਨੂੰ ਦੱਸਿਆ ਜੀ, ਜਦੋਂ ਜਸਟਿਨ ਟਰੂਡੋ ਨੇ 551ਵੇਂ ਪ੍ਰਕਾਸ਼ ਉਤਸਵ, ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਦੇ ਉੱਤੇ ਭਾਸ਼ਣ ਦਿੱਤਾ, ਲੋਕਾਂ ਨੂੰ ਸੰਬੋਧਨ ਕੀਤਾ, ਕੈਨੇਡੀਅਨਸ ਨੂੰ, ਤੇ ਉਸੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਜੀ। ਬਿਲਕੁਲ। ਔਰ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਜਿਹੜਾ ਇਮੀਡੀਏਟਲੀ ਐਕਟਿਵ ਹੋ ਗਿਆ, ਜਿਹਨੇ ਕਹਿਤਾ ਕਿ ਜੀ ਕੈਨੇਡਾ ਗਵਰਨਮੈਂਟ ਜਿਹੜੀ ਆ ਉਹ ਦਖਲਅੰਦਾਜ਼ੀ ਕਰ ਰਹੀ ਹੈ, ਕਿਸਾਨਾਂ ਦਾ ਅੰਦੋਲਨ ਸਾਡਾ ਆਪਣਾ, ਸਾਡਾ ਅੰਦਰੂਨੀ ਮਸਲਾ। ਇਹ ਭਾਸ਼ਾ ਕਿਦਾਂ ਸਮਝ ਆ ਗਈ ਝਟਪਟ ਜੀ। ਬਿਲਕੁਲ। ਕਿਸਾਨਾਂ ਦੀ ਸਿੱਧੀ ਗੱਲ ਜਿਹੜੀ ਆ ਉਹ ਸਮਝ ਨਹੀਂ ਆਉਂਦੀ ਜੀ। ਜਸਟਿਨ ਟਰੂਡੋ ਦਾ ਅੰਗਰੇਜ਼ੀ ਵਿੱਚ ਦਿੱਤਾ ਭਾਸ਼ਣ ਜਿਹੜਾ ਉਹ ਝੱਟ ਉਹਦੀ ਟ੍ਰਾਂਸਲੇਸ਼ਨ ਹੋ ਜਾਂਦੀ। ਬਿਲਕੁਲ ਜੀ। ਇਹ ਅੰਤਰਰਾਸ਼ਟਰੀ ਦਬਾਅ ਫਿਰ ਇਹਨਾਂ ਨੂੰ ਸੋਚਣ ਲੱਗ ਜਾਂਦਾ ਵੀ ਸਾਡੀ ਬਦਨਾਮੀ ਹੁੰਦੀ ਆ। ਇੱਥੇ ਆਪਣੇ ਕੈਨੇਡਾ ਦੇ ਵਿੱਚ ਕਾਫੀ MLA MP ਨੇ ਜਿਹੜੇ ਹੈਗੇ, ਮੈਂਬਰ ਪਾਰਲੀਮੈਂਟ ਨੇ ਵੱਖਰੇ ਪ੍ਰੋਵਿੰਸਿਸ ਦੇ, ਉਹਨਾਂ ਨੇ ਵੀ ਹੋਰ ਇਸ ਤੋਂ ਇਲਾਵਾ ਵੱਖਰੇ ਦੇਸ਼ਾਂ ਦੇ ਵਿੱਚ ਵੀ ਇਸ ਚੀਜ਼ ਦੀ ਨਿੰਦਿਆ ਕੀਤੀ ਗਈ ਆ। ਕੁਝ ਹੋਰ ਝਲਕੀਆਂ ਜਿਹੜੀਆਂ ਸੀ ਅੱਜ ਦੀ ਰੈਲੀ ਦੀਆਂ, ਉਹ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਨੇ ਜਿਹੜੇ ਖੜੇ ਨੇ। ਫਿਰ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਜੀ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਤੇ ਮੈਂ ਹਾਂ ਵਰਿੰਦਰ ਸਿੰਘ ਭਿੰਡਰ, ਵਿਨੀਪੈਗ ਸ਼ਹਿਰ ਤੋਂ। ਤੇ ਮੇਰੇ ਨਾਲ ਅੱਜ ਇੱਥੇ ਸਟੂਡੈਂਟ ਪ੍ਰਦਰਸ਼ਨ ਕਰ ਰਹੇ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰੀ ਦਿੱਲੀ ਨੂੰ ਘੇਰ ਲਿਆ ਗਿਆ ਹੈ, 5 ਰਾਹ ਜਿਹੜੇ ਉਹ ਬਲੌਕ ਕਰ ਦਿੱਤੇ ਗਏ ਨੇ। ਮੈਂ ਅੱਜ ਤੁਹਾਨੂੰ 1 ਬਾਏ 1 ਸਟੂਡੈਂਟਸ ਦੇ ਨਾਲ ਗੱਲ ਕਰਾਂਗਾ। ਜੇ ਤੁਸੀਂ ਪੜ੍ਹ ਰਹੇ ਹੋ ਕਿ ਕੀ ਸਟੇਟ ਦਾ ਤੁਹਾਡਾ ਪੰਜਾਬ ਤੇ ਹਰਿਆਣਾ ਦੋਨੇ ਅੱਜ ਇਕੱਠੇ ਹੋ ਚੁੱਕੇ ਨੇ। ਮੇਰੇ ਨਾਲ ਨੇ ਹੋਰ ਕੁੜੀਆਂ ਹੈਗੀਆਂ, ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾਂਗਾ। ਕੀ ਸੋਚਦੇ ਹੋ ਜੀ ਤੁਸੀਂ? ਆਪਣਾ ਸਾਰੇ ਪਰਿਵਾਰ ਆ, ਸਾਰਾ ਜ਼ਿਮੀਂਦਾਰ ਤਬਕਾ ਜਿਹੜਾ ਦਿੱਲੀ ਦੇ ਵਿੱਚ ਬੈਠਾ ਹੋਇਆ, ਕੀ ਸਰਕਾਰਾਂ ਨੂੰ ਝੁਕ ਲੈਣਾ ਚਾਹੀਦਾ ਕਿ ਇਹਨਾਂ ਦਾ ਅੜੀ ਵਾਲਾ ਰਵੱਈਆ ਜਿਹੜਾ ਇੱਦਾਂ ਹੀ ਬਰਕਰਾਰ ਰਹਿਣਾ ਚਾਹੀਦਾ? ਸਰਕਾਰਾਂ ਨੂੰ ਝੁਕਣਾ ਚਾਹੀਦਾ ਆ, ਕਿਉਂਕਿ ਜੋ ਵੀ ਹੈ ਦਿੱਲੀ 'ਚ ਦੁਨੀਆ ਬੈਠੀ ਆ, ਉਹ ਪੈਸਾ ਤਾਂ ਕਮਾਉਣਗੇ, ਖਾਓਗੇ ਕੀ ਤੇ ਕਿਸਾਨ ਹੀ ਪੈਸਾ ਥੋੜ੍ਹੀ ਖਾਣਾ ਲੋਕਾਂ ਨੇ। ਉੱਥੇ ਦੇ ਬੱਚੇ ਨੇ, ਉਹਨਾਂ ਨੇ ਖਾਣੀ ਤਾਂ ਰੋਟੀ ਆ। ਇਫ ਦੇਰ ਇਜ਼ ਨੋ ਫਾਰਮਰਸ ਦੇਰ ਇਜ਼ ਨੋ ਫੂਡ, ਦੇਰ ਇਜ਼ ਨੋ ਫਿਊਚਰ। ਅਸੀਂ ਚਾਹੇ ਆਹ ਕੰਟਰੀਜ਼ ਵਿੱਚ ਬੈਠੇ ਆ ਨਾ, ਪਰ ਹੈ ਤਾਂ ਜ਼ਿਮੀਂਦਾਰਾਂ ਦੀ ਬੱਚੀ ਆ। ਬਿਲਕੁਲ। ਇਹਨਾਂ ਦਾ ਕਹਿਣਾ ਕਿ ਜੇਕਰ ਫੂਡ ਨਹੀਂ ਤਾਂ ਕੁਛ ਵੀ ਨਹੀਂ ਗਾ। ਹੁਣ ਅਸੀਂ ਤੁਹਾਨੂੰ 1 ਬਾਏ 1 ਦੇਖੋ, ਤੁਸੀਂ ਦੇਖ ਸਕਦੇ ਹੋ ਜੋ ਗੱਡੀਆਂ ਜਾ ਰਹੀਆਂ ਉਹਨਾਂ ਦੀ ਹਾਜ਼ਰੀ ਲਵਾ ਰਹੀਆਂ ਨੇ, ਜੋ ਹਾਰਨ ਮਾਰ ਕੇ ਜਾ ਰਹੇ ਨੇ। ਇਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ, ਸਿਰਫ ਤੇ ਸਿਰਫ ਵੌਇਸ ਆਫ ਇੰਡੀਆ ਤੇ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀਆਂ ਗੱਡੀਆਂ ਜਾ ਰਹੀਆਂ, ਇਹ ਬਿਲਕੁਲ ਮੇਨ ਚੌਕ ਪੈ ਰਿਹਾ ਲੀਲਾ ਅਤੇ ਮੈਕ ਫਿਲਿਪਸ ਤੇ ਜੋ ਸਾਰੀਆਂ ਗੱਡੀਆਂ ਨੇ ਉਹ ਆਪਣੀ ਹਾਜ਼ਰੀ ਦੇ ਵਿੱਚ ਦਰਸਾ ਰਹੀਆਂ ਨੇ। ਤੇ ਮੇਰੇ ਨਾਲ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਸਟੂਡੈਂਟ। ਕੀ ਕਹਿਣਾ ਤੁਹਾਡਾ? ਸਾਰਾ ਦਾ ਸਾਰਾ ਪੰਜਾਬ ਉੱਥੇ ਉਪੜਿਆ ਪਿਆ, ਸਰਕਾਰਾਂ ਨਿਯਮ ਦਾ ਨਾਮ ਨਹੀਂ ਲੈ ਰਹੀਆਂ। ਭਾਜੀ ਸਰਕਾਰਾਂ ਦਾ ਜਿਹੜਾ ਰਵੱਈਆ ਵਾ ਬਹੁਤ ਗਲਤ
ਤੇ ਮੋਦੀ ਜਿਹੜੀ ਆਪਣੀ ਮਨ ਕੀ ਬਾਤ ਤਾਂ ਕਰੀ ਜਾਂਦਾ, ਉਹਨਾਂ ਨੂੰ ਜੀ ਜਨਤਾ ਦੀ ਬਾਤ ਕਰਨੀ ਚਾਹੀਦੀ ਹੈ, ਤਾਂ ਦੇਸ਼ ਦਾ ਤਰੱਕੀ ਹੁੰਦੀ ਆ। ਉਹਦਾ GST ਦਾ ਜਿਹੜਾ ਮੋਦੀ ਦਾ ਜਿਹੜਾ ਦੀ ਖਾਤਰ ਕਰ ਰਿਹਾ ਜੀ ਪੰਜਾਬ ਦੀ ਜਾਂ ਦੀ ਕਰਦਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਕਹਿ ਰਹੇ ਨੇ ਕਿ ਇੰਡੀਆ ਦੀ ਖਾਤਰ ਸਰਕਾਰਾਂ ਬਿਲਕੁਲ ਨਹੀਂ ਸੋਚ ਰਹੀਆਂ। ਆਹ ਸਟੂਡੈਂਟ ਇੱਕ ਹੋਰ ਖੜੇ ਨੇ, ਮੈਂ ਤੁਹਾਡੇ ਨਾਲ ਇਹਨਾਂ ਨੂੰ ਰੂਬਰੂ ਕਰਵਾਉਣ ਜਾ ਰਿਹਾ। ਇਹ ਸਟੂਡੈਂਟ ਜਿਹੜੇ ਲਗਾਤਾਰ ਇੱਥੇ ਕਈ ਦਿਨਾਂ ਤੋਂ ਮੁਜ਼ਾਹਰੇ ਕਰ ਰਹੇ ਨੇ। ਸਟੂਡੈਂਟਸ ਵਿਦੇਸ਼ਾਂ ਦੇ ਵਿੱਚ ਵੀ। ਇਹ ਹੁਣ ਭਾਰਤ ਦੀ ਜੰਗ ਨਹੀਂ ਰਹਿ ਗਈ, ਇਹ ਇਕੱਲੇ ਕਿਸਾਨਾਂ ਦੀ ਜੰਗ ਨਹੀਂ ਰਹਿ ਗਈ, ਇਹ ਜੰਗ ਸਾਰੇ ਵਰਲਡ ਦੇ ਵਿੱਚ ਆ ਚੁੱਕੀ ਆ। ਮੇਰੇ ਨਾਲ ਨੇ ਸਟੂਡੈਂਟ, ਆ ਤੁਸੀਂ ਸਲੋਗਨ ਦੇਖ ਸਕਦੇ ਹੋ, ਨੋ ਫਾਰਮਰ ਨੋ ਫੂਡ ਦੇ ਜਿਹੜੇ ਸਲੋਗਨ ਦਿੱਤੇ ਗਏ ਨੇ। ਤੇ ਮੈਂ ਤੁਹਾਡੀ ਗੱਲ ਕਰਵਾ ਰਿਹਾ ਹਾਂ ਸਟੂਡੈਂਟਸ ਦੇ ਨਾਲ। ਕੀ ਸੋਚਦੇ ਆ ਕਿ ਸਰਕਾਰਾਂ ਦਾ ਅੜੀਅਲ ਰਵੱਈਆ ਜੋ ਸਰਕਾਰਾਂ ਕਹਿ ਰਹੀਆਂ ਕਿ ਇਹ ਅੱਤਵਾਦੀ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ, ਕੀ ਤੁਸੀਂ ਅੱਤਵਾਦੀ ਹੋ? ਇਹ ਅੱਤਵਾਦੀ ਹੁੰਦੇ ਦਾ ਸਾਰੇ ਮੁਲਕ ਨੂੰ ਦੇਣ ਹੋਇਆ ਤੁਸੀਂ ਜੇ ਅਸੀਂ ਅੱਤਵਾਦੀ ਹੁੰਦੇ ਦਾ ਬੰਦ ਕਰਦੇ ਰਾਜ ਦੀ ਜਗ੍ਹਾ ਤੇ ਕਾਰਨ ਨਹੀਂ ਕਰਨਾ ਚਾਹੁੰਦਾ ਮੈਂ ਕਿ ਜਿਹੜੇ ਸਾਡੇ ਵਰਗੇ ਇੱਧਰ ਬੈਠ ਕੇ ਦਿੱਲੀ ਨਹੀਂ ਜਾ ਸਕਦੇ ਹੈਗੇ, ਆਪਦਾ ਵੱਧ ਤੋਂ ਵੱਧ ਆਪਣੇ ਏਰੀਏ 'ਚ ਪ੍ਰੋਟੈਸਟ ਕਰਨ ਤੇ ਹੋ ਸਕਦਾ ਤਾਂ ਵੱਧ ਤੋਂ ਵੱਧ ਤੇ ਆਪਣੇ ਖਾਤੇ ਨਾਲ ਤੇ ਆ ਫਾਰਮਰ ਪ੍ਰੋਟੈਸਟ ਵਾਲਾ ਹੈਸ਼ਟੈਗ ਵੱਧ ਤੋਂ ਵੱਧ ਟਵਿੱਟਰ ਤੇ ਖਾਤੇ ਬਣਾਓ ਜੀ, ਵੱਧ ਤੋਂ ਵੱਧ ਹੈਸ਼ਟੈਗ ਲਾਓ, ਵੱਧ ਤੋਂ ਵੱਧ ਪ੍ਰਚਾਰ ਕਰੋ। ਮੇਰੇ ਨਾਲ ਤਾਂ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਸਲੋਗਨ ਹੱਥਾਂ ਦੇ ਵਿੱਚ ਦੇਖ ਸਕਦੇ ਹੋ। ਕੀ ਕਹਿਣਾ ਜੀ ਮੋਦੀ ਸਰਕਾਰ, ਕੀ ਤੁਸੀਂ ਅੱਤਵਾਦੀ ਹੋ? ਉਹ ਕਹਿ ਰਹੇ ਆ, ਸਰਕਾਰਾਂ ਕਹਿ ਰਹੀਆਂ ਕਿ ਇਹ ਅੱਤਵਾਦੀ ਆ। ਸਰਕਾਰਾਂ ਨੇ ਅੱਜ ਤੱਕ ਕਦੀ ਹੱਥ ਗੱਲ ਕੀਤੀ ਜਿਹੜਾ ਤੁਸੀਂ ਕਰਨਗੀਆਂ। ਸਾਨੂੰ ਸਾਡਾ ਤਾਂ ਇੱਕੋ ਹੀ ਉਹਨਾਂ ਨੂੰ ਸੰਦੇਸ਼ ਆ ਕਿ ਜੇ ਮੋਦੀ ਦੇ ਬਿੱਲ ਨਹੀਂ ਪਾਸ ਤਾਂ ਫਿਰ ਉਹੀ ਗੱਲ ਹੋ ਗਈ, ਮੋਦੀ ਕੋ ਮੂਕੀਆਂ ਨਾਲ ਕੁੱਟੇਗਾ। ਮੋਦੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਨੂੰ ਮੁੱਕੀ ਉੱਤੇ ਕੁੱਟੇਗੇ। ਜਿਹੜਾ ਇੰਡੀਆ ਦਾ ਇਹ ਭਾਈਚਾਰਾ ਜਿਹੜਾ ਇੱਥੋਂ ਦਾ ਜਨਮਪਲ ਭਾਈਚਾਰਾ ਨੇ, ਉਹ ਵੀ ਕਿਸਾਨਾਂ ਦੇ ਹੱਕ 'ਚ ਬੋਲਦਾ ਨਜ਼ਰ ਆਇਆ। What do you say that? Why do I say that? I have no food, I have no home. ਤੁਸੀਂ ਦੇਖ ਸਕਦੇ ਹੋ ਇਹ ਕੋਈ People spend too much money on their cars, on their homes, on electronics. ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦਾ ਕੈਨੇਡਾ ਦਾ ਭਾਈਚਾਰਾ ਵੀ ਜਿਹੜਾ ਹੈਗਾ ਕਿਸਾਨਾਂ ਦੇ ਹੱਕ ਦੇ ਵਿੱਚ ਭੁੱਖਦਾ ਨਜ਼ਰ ਆ ਰਿਹਾ। Good luck. ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਥੋਂ ਦੀਆਂ ਸਰਕਾਰਾਂ ਤੁਹਾਨੂੰ ਕੋਈ ਨਸਲਵਾਦੀ ਕਹਿ ਰਿਹਾ, ਕੋਈ ਅੱਤਵਾਦੀ ਕਹਿ ਰਿਹਾ। ਜਿਵੇਂ ਹੁਣ ਮੋਦੀ ਚੱਲ ਰਿਹਾ ਉਵੇਂ ਹੀ ਸਾਨੂੰ ਆਪ ਨੂੰ ਚੱਲਣਾ ਪਊਗਾ। ਜੇ ਮੋਦੀ ਗੱਲ ਨਹੀਂ ਕੈਂਸਲ ਕਰਦਾ ਤਾਂ ਮੈਨੂੰ ਇੱਕ ਨਹੀਂ ਇੱਕ ਬਿੱਲ ਹੋਰ ਪਾਸ ਕਰਦੇ ਵੀ ਸਾਡਾ ਰੇਟ ਇੰਨਾ ਰਹੂਗਾ, ਠੀਕ ਆ। ਜੇ ਤੂੰ ਨਾ ਘਟਿਆ ਤੇ ਅਸੀਂ ਬਿੱਲ ਐਕਸੈਪਟ ਕਰਨ ਨੂੰ ਤਿਆਰ, ਪਰ ਤੁਸੀਂ ਤੁਸੀਂ ਇੱਕ ਬਿੱਲ ਹੋਰ ਪਾਸ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਪਰਿਵਾਰ, ਕਿਸਾਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਵੀ ਇੱਥੇ ਰਹਿ ਕੇ ਪ੍ਰੋਟੈਸਟ ਕਰ ਸਕਦੇ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਸਾਹਮਣੇ ਦੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਕਿ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਟੈਸਟ ਕਰ ਰਹੇ ਆ। ਇੱਧਰ ਵੀ ਤੁਸੀਂ ਦੇਖਿਓ ਕਿ ਚੌਂਕ ਦੇ ਵਿੱਚ ਮੈਕਫਿਲਿਪਸ ਤੇ ਲੀਲਾ ਦੇ ਚੌਂਕ ਦੇ ਵਿੱਚ, ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਤੁਸੀਂ ਪ੍ਰੋਟੈਸਟ ਕਰਦੇ ਦੇਖ ਸਕਦੇ ਹੋ। ਸਾਹਮਣੇ ਵੀ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਈਆਂ ਜਾਣ। ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਰਾਹਗੀਰ ਵੀ ਹੈਗੇ ਉਹ ਹਾਰਨ ਮਾਰ ਕੇ ਇਹਨਾਂ ਪ੍ਰੋਟੈਸਟ ਦਾ ਜਿਹੜਾ ਉਹ ਹਮਾਇਤ ਦਰਜ ਕਰ ਰਹੇ ਆ। ਕੈਮਰਾਮੈਨ ਲਖਵਿੰਦਰ ਕੌਸ਼ਿਕ ਦੇ ਨਾਲ ਮੈਂ ਵਰਿੰਦਰ ਭਿੰਡਰ, ਵਿਨੀਪੈਗ। ਲਖਵਿੰਦਰ ਜੀ, ਕੱਲ ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਸਤਰੀ ਵਿੰਗ ਦੇ ਪ੍ਰੈਜ਼ੀਡੈਂਟ ਜਿਹੜੇ ਸੀ ਔਰ ਸਟੇਟ ਕਮੇਟੀ ਮੈਂਬਰ ਜਿਹੜੇ ਸੀ ਉਹਨਾਂ ਨਾਲ ਗੱਲ ਕਰ ਰਹੇ ਸੀ। ਹਰਿੰਦਰ ਕੌਰ ਬਿੰਦੂ ਉਹਨਾਂ ਦਾ ਨਾਂ। ਬੜੇ ਉਤਸ਼ਾਹ ਨਾਲ ਔਰ ਬੜੇ ਗੜਕਵੀਂ ਆਵਾਜ਼ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਮੋਰਚੇ ਦੇ ਵਿੱਚ ਲਗਭਗ 40,000 ਔਰਤਾਂ ਜਿਹੜੀਆਂ ਉਹ ਸ਼ਾਮਲ ਹੋਈਆਂ। ਐਡੇ ਵੱਡੇ ਪੱਧਰ ਤੇ ਔਰਤਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਸ਼ੁਭ ਸ਼ਗਨ ਕਹਿਣਾ ਚਾਹੀਦਾ। ਬਿਲਕੁਲ ਬਿਲਕੁਲ। ਅੱਜ ਇਹ ਅੰਦੋਲਨ ਜਿਹੜਾ ਸਿਰਫ ਕਿਸਾਨਾਂ ਤੱਕ ਸੀਮਤ ਨਹੀਂ ਰਹਿ ਗਿਆ, ਸਿਰਫ ਮਜ਼ਦੂਰਾਂ ਤੱਕ ਸੀਮਤ ਨਹੀਂ ਰਹਿ ਗਿਆ, ਸਗੋਂ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਅੰਦੋਲਨ ਬਣ ਗਿਆ। ਬਿਲਕੁਲ, ਹਰ ਇੱਕ ਵਰਗ ਦੇ ਲੋਕ ਨੇ ਜੁੜੇ ਨੇ ਜੀ। ਦਿੱਲੀ ਦੇ ਵਿੱਚ ਜਿਸ ਤਰ੍ਹਾਂ ਜਿਉਂ ਹੀ ਕਿਸਾਨ ਉੱਥੇ ਦਿੱਲੀ ਦੀਆਂ ਆਪਣੇ ਬਾਰਡਰ ਤੇ ਪਹੁੰਚੇ ਨੇ, ਜਿਹੜੀਆਂ ਉੱਥੇ ਦੀ ਪੁਲਿਸ ਆ, ਉੱਥੇ ਦਾ ਜਿਹੜਾ ਪ੍ਰਸ਼ਾਸਨ ਆ ਜੀ, ਉਹਨਾਂ ਨੇ ਨੇੜੇ ਤੇੜੇ ਜਿਹੜੀਆਂ ਦੁਕਾਨਾਂ ਇਹ ਕਹਿ ਕੇ ਬੰਦ ਕਰਾਈਆਂ ਸੀ ਵੀ ਇਹ ਤੁਹਾਡੇ ਇਹ ਤੋੜ-ਫੋੜ ਕਰਨਗੇ। ਬਟ ਉਹ ਬੰਦਿਆਂ ਦੀ ਗੱਲ ਸਮਝ ਆ ਗਈ ਵੀ ਇਹ ਸੈਂਟਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਆ। ਬਕਾਇਦਾ ਉਹਨਾਂ ਹੀ ਦੁਕਾਨਦਾਰਾਂ ਨੇ ਜੀ ਆਪਣੇ ਘਰਾਂ ਦੇ ਵਿੱਚੋਂ ਫਲ ਫਰੂਟ ਸਬਜ਼ੀਆਂ ਖਰੀਦ ਕੇ
ਈਵਨ ਬਲੈਂਕਟ ਵੀ ਉੱਥੇ ਕਿਸਾਨ ਵੀਰਾਂ ਨੂੰ ਵੰਡੇ ਗਏ। ਕੁਝ ਵਿਨੀਪੈਗ ਦੀਆਂ ਝਲਕੀਆਂ ਹੋਰ ਵੇਖ ਕੇ ਅਸੀਂ ਆਪਣੀ ਗੱਲਬਾਤ ਨੂੰ ਲਗਾਤਾਰ ਜਾਰੀ ਰੱਖਾਂਗੇ। ਤੁਸੀਂ ਵੇਖ ਰਹੇ ਹੋ ਵੌਇਸ ਆਫ ਇੰਡੀਆ। ਅਸੀਂ ਖੜੇ ਹਾਂ ਮੈਕਫਲਿਪਸ ਤੇ ਲੀਲਾ ਦੇ ਗਾਰਡਨ ਸਿਟੀ ਏਰੀਆ ਦੇ ਮੇਨ ਚੌਂਕ ਦੇ ਵਿੱਚ, ਜਿਹੜਾ ਪੰਜਾਬੀਆਂ ਦਾ ਗੜ੍ਹ ਮੰਨਿਆ ਜਾ ਰਿਹਾ। ਕੇਂਦਰ ਦੀਆਂ ਭਾਰਤ ਦੇ ਵਿੱਚ ਕੇਂਦਰ ਦੀਆਂ ਮਾਰੂ ਨੀਤੀਆਂ ਦੇ ਵਿਰੋਧ ਦੇ ਵਿੱਚ ਇੱਥੇ ਵੀ ਰੋਸ ਪ੍ਰਚਾਰ ਕੀਤੇ ਜਾਂਦੇ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਭਾਈਚਾਰਾ ਵੱਸਦਾ, ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਰੋਸ ਮੁਜ਼ਾਹਰੇ ਕਰ ਰਹੇ ਨੇ। ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਸਲੋਗਨ ਲੈ ਕੇ ਇੰਡੀਆ ਤੋਂ ਜਿਹੜੇ ਬੰਦੇ ਸਟੂਡੈਂਟਸ ਨੇ ਜਾਂ PR ਨੇ, ਸਾਰੇ ਬੱਚੇ ਇੱਥੇ ਖੜੇ ਨੇ। ਇਹ ਆਪਣਾ ਰੋਸ ਦਰਜ ਕਰਾ ਰਹੇ ਨੇ। ਪੀਸਫੁਲ ਪ੍ਰੋਟੈਸਟ, ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਦੇ ਹੋਏ ਇਹ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੇ ਨੇ। ਅਸੀਂ ਪੁੱਛਣਾ ਚਾਹੁੰਦੇ ਇਹਨਾਂ ਨੂੰ, ਤੁਹਾਨੂੰ ਕੀ ਲੱਗਦਾ ਜੀ ਜਿਹੜੀ ਸਰਕਾਰ ਉੱਥੇ ਜਿਹੜੇ ਰੂਲ ਪਾਸ ਕੀਤੇ ਨੇ ਵਿਨੀਪੈਗ ਦੇ ਵਿੱਚ ਆਊਟਡੋਰ ਜਿਹੜੀ ਇਹ ਵੌਇਸ ਆਫ ਇੰਡੀਆ ਵੱਲੋਂ ਪਹਿਲੀ ਵਾਰੀ ਇਹ ਜਿਹੜਾ ਪ੍ਰੋਟੈਸਟ ਆ ਜਿਹੜਾ ਇਹ ਅਸੀਂ ਕੰਮ ਕਰ ਰਹੇ ਹਾਂ। ਅੱਜ ਸਾਡਾ ਦੂਸਰਾ ਦਿਨ ਹੈਗਾ। ਬਹੁਤ ਵੱਖਰੇ ਵੱਖਰੇ ਚੌਂਕਾਂ ਦੇ ਉੱਤੇ ਵੱਖਰੇ ਵੱਖਰੇ ਆਪਣੇ ਕਮਿਊਨਿਟੀ ਨਾਲ ਜਿੰਨੇ ਵੀ ਰਿਲੇਟਡ ਸਟੂਡੈਂਟ ਨੇ, ਚਾਹੇ ਉਹ PR ਨੇ ਜਾਂ ਜਿਹੜੇ ਦੂਸਰੇ ਇੱਥੇ ਦੇ ਰਹਿਣ ਵਾਲੇ, ਇਹ ਆਪਣੀ ਹਾਜ਼ਰੀ ਦਰਜ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਕਿਸ ਤਰ੍ਹਾਂ ਲੋਕ ਬਾਹਰ ਜਾ ਕੇ ਇੱਥੇ ਇਹਦਾ ਸਮਰਥਨ ਕਰਦੇ ਨੇ। ਜਿਸ ਤਰ੍ਹਾਂ ਹੁਣ ਆਪਣੇ ਕਿਸਾਨ ਭਰਾਵਾਂ ਨੇ ਸੈਂਟਰ ਦੀ ਚਾਰੇ ਪਾਸੋਂ ਸੀਟ ਲੱਗੀ ਆ, ਸੈਂਟਰ ਨੂੰ ਸਾਹ ਆ ਗਈ। ਵੱਖਰੇ ਵੱਖਰੇ ਸਭ ਦੇ ਵਿਚਾਰ ਨੇ ਆਪਣੇ, ਤੇ ਬਾਕੀ ਮਤਲਬ ਬਹੁਤ ਹੀ ਇਹ ਗਲਤ ਜਿਹੜੇ ਕਾਨੂੰਨ ਨੇ ਜਿਹੜੇ ਪਾਸ ਕੀਤੇ ਗਏ ਨੇ। ਕਿਵੇਂ ਉੱਥੇ ਇੰਨੇ ਕੜਕ ਦੀ ਠੰਡ ਦੇ ਵਿੱਚ ਸਾਡੇ ਬਜ਼ੁਰਗ ਨੇ, ਮਾਈਆਂ ਨੇ ਉੱਥੇ ਬੈਠੀਆਂ ਨੇ, ਕੇਂਦਰ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ ਨੇ। ਤੇ ਜਿਹੜਾ ਹਰਿਆਣੇ ਦੀ ਸਰਕਾਰ ਨੇ ਜੋ ਅਨਿਆਏ ਪੰਜਾਬ ਦੇ ਲੋਕਾਂ ਨਾਲ ਕੀਤਾ, ਲੋਕਾਂ ਦੇ ਦਿਲਾਂ 'ਚ ਫਰਕ ਨਹੀਂ ਹੈਗਾ, ਬਟ ਸਰਕਾਰਾਂ ਲੋਕਾਂ ਦੇ ਦਿਲਾਂ ਦੇ ਵਿੱਚ ਫਰਕ ਪਾ ਦਿੰਦੀਆਂ ਨੇ। ਤੇ ਉਸ ਚੀਜ਼ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਪੰਜਾਬੀਆਂ ਦੇ ਰੋਹ ਨੂੰ ਦੇਖਦੇ ਹੋਏ ਕਿੱਡੇ ਕਿੱਡੇ ਉੱਥੇ ਬੈਰੀਕੇਡ ਲਗਾਏ, ਲੋਕਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬਸ਼ਾਰਾਂ, ਅਥਰੂ ਗੈਸ, ਟੀਅਰ ਵਗੈਰਾ ਛੱਡੀ ਆ, ਤੇ ਐਡੀ ਐਡੀਆਂ ਕੰਡਿਆਲੀ ਤਾਰਾਂ ਲਾਈਆਂ ਨੇ। ਜਿਵੇਂ ਕਹਿੰਦੇ ਹੁੰਦੇ ਨੇ ਵੀ ਉੱਥੇ ਆਪਾਂ ਸੜਕ ਦਾ ਇੱਕ ਟੋਆ ਨਹੀਂ ਪੱਟ ਸਕਦੇ, ਹਰਿਆਣਾ ਸਰਕਾਰ ਵੱਲੋਂ ਉੱਥੇ ਥਾਂ ਥਾਂ ਦੇ ਉੱਤੇ ਇਸ ਤਰ੍ਹਾਂ ਟੋਏ ਪੱਟੇ ਗਏ ਨੇ ਜਿਵੇਂ ਕਿ ਭਾਰਤ ਪਾਕਿਸਤਾਨ ਦਾ ਬਾਰਡਰ ਹੋਵੇ। ਇਹਦੇ ਬਾਰੇ ਆਪਾਂ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਵੀ ਉੱਥੇ ਟੋਏ ਪੱਟੇ ਗਏ ਸੀਗੇ ਕਿਸਾਨਾਂ, ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਦਿੱਲੀ ਨਾ ਜਾ ਸਕਣ, ਕੀ ਕਹਿਣਾ ਚਾਹੁੰਦੇ ਜੀ ਮੈਂ ਬਾਰੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਚਾਹੇ ਸਰਕਾਰ ਜੋ ਮਰਜ਼ੀ ਕਰਦੇ, ਇਹ ਪੰਜਾਬੀ ਦਾ ਇਹ ਕਿਸੇ ਦੇ ਪੱਲੇ ਦਾ ਬਣਾਉਣਾ, ਚਾਹੇ ਸਰਕਾਰ ਜਿੱਦਾਂ ਮਰਜ਼ੀ ਬਾਹਰ ਆ ਜਾਏ, ਪੂਰੇ ਕਰਕੇ ਆਪਣੀ ਲੜ ਕੇ ਰਹਾਂਗੇ ਆਪਣੀ, ਚਾਹੇ ਜਿੱਦਾਂ ਮਰਜ਼ੀ ਲੈਣਾ ਚਾਹੁੰਦਾ। ਤੇ ਬਾਕੀ ਮੇਰਾ ਇਹੀ ਹੈ ਸਰਕਾਰ ਨੂੰ ਵੀ ਆਪਣੀ ਕੋਸ਼ਿਸ਼ ਕਰਦੇ ਮੌਕਾ ਲੈਣ, ਤੇ ਸਾਰਾ ਕੁਛ ਪਹਿਲੇ ਵਰਗਾ ਨਹੀਂ ਹੋਇਆ ਸਾਰਾ ਕੁਛ। ਤੁਹਾਨੂੰ ਕੀ ਲੱਗਦਾ ਜੀ ਜਿਸ ਤਰ੍ਹਾਂ ਕਹਿੰਦੇ ਤੁਸੀਂ 2% ਪੰਜਾਬੀ ਨੇ, 2% ਪੰਜਾਬੀਆਂ ਨੂੰ ਅੱਜ ਪੂਰਾ ਭਾਰਤ ਦਾ ਜਿਹੜਾ ਸਾਥ ਹੈ, ਭਾਰਤ ਕਿਸਾਨ ਦੇ ਸਾਥ ਦੇ ਵਿੱਚ ਉੱਥੋਂ ਦੇ ਲੋਕਲ ਕਿਸਾਨ ਵੀ ਇਮਾਨਦਾਰ, ਚਾਹੇ ਆੜ੍ਹਤੀਏ ਨੇ, ਚਾਹੇ ਪਬਲਿਕ ਆ, ਕੀ ਕਹਿਣਾ ਚਾਹੁੰਦੇ? ਇਹਨਾਂ ਨੂੰ ਜਾਂਦੇ ਨੇ ਜਦੋਂ ਭਰਾ ਇੱਕ ਸ਼ਹੀਦ ਹੋ ਗ੍ਰਿਫਤਾਰੀ ਪਾਈ ਤੇ ਜਾ ਕੇ ਉੱਥੇ ਉਹਨਾਂ ਦੇ ਨਾਲ ਸ਼ਹੀਦੀ ਪਾਈ ਸਾਡਾ ਵੀ ਜਗ੍ਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਇੱਥੇ ਲੰਘਣ ਵਾਲੇ ਕਾਰਾਂ ਦੇ ਵਿੱਚ ਹੈਗੇ ਨੇ ਯਾਤਰੀ ਲੰਘਣ ਵਾਲੇ ਬੰਦੇ ਨੇ, ਉਹ ਸਾਰੇ ਆਪਣੇ ਹਾਰਨ ਵਜਾ ਕੇ ਸਾਥ ਦੇ ਰਹੇ ਨੇ। ਕੁਝ ਸਾਡੇ ਨਾਲ ਉੱਧਰ ਵੀ ਨੌਜਵਾਨ ਖੜੇ ਨੇ, ਮੈਂ ਕੈਮਰਾਮੈਨ ਦਿਲਾਂ ਦੇ ਵਿੱਚ ਪਿਆਰ ਆਪਾਂ ਜਿਹੜੀਆਂ ਸਰਕਾਰਾਂ ਨੇ, ਮੌਕੇ ਦੀਆਂ ਸਰਕਾਰਾਂ ਨੇ ਜੋ ਲੋਕਾਂ ਦੀ ਉਹਦਾ ਫਾਇਦਾ ਉਠਾਉਂਦੀਆਂ ਰਹਿੰਦੀਆਂ ਨੇ ਆਪਦੀ ਸਿਰਫ ਵੋਟ ਬੈਂਕ ਦੀ ਨੀਤੀ ਨਾਲ। ਤੁਸੀਂ ਕੀ ਕਹਿਣਾ ਚਾਹੋਗੇ ਜੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਸਾਨ ਜਿਹੜੇ ਦਿੱਲੀ ਇਕੱਠੇ ਹੋਏ ਹੋਏ ਨੇ, ਸੈਂਟਰ ਸਰਕਾਰ
ਆਪਦੇ ਅੜੀਅਲ ਰਵੱਈਏ ਤੋਂ ਪਰੇ ਨਹੀਂ ਹੋ ਰਹੇ। ਜੀ ਬਿਲਕੁਲ, ਮੈਂ ਇਹੀ ਕਹਿਣਾ ਚਾਹਾਂਗਾ ਕਿ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਅੱਜ ਮੰਗ ਲੈਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੇ ਜੋ ਵੀ ਇਹ 3 ਐਗਰੀਕਲਚਰ ਬਿੱਲ ਜਿਹੜੇ ਕਿਸਾਨਾਂ ਦੇ ਹੱਕ ਦੇ ਲਈ ਉਹ ਕਹਿ ਰਹੇ ਨੇ ਕਿ ਅਸੀਂ ਬਣਾਏ ਨੇ, ਜੋ ਕਿ ਅੱਜ ਬਿਲਕੁਲ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੱਲ੍ਹ ਕਿਸਾਨਾਂ ਦੀ ਮੀਟਿੰਗ ਵੀ ਹੋਈ ਸੀ ਕੇਂਦਰ ਸਰਕਾਰ ਦੇ ਨਾਲ, ਅਤੇ ਉਹਨਾਂ ਨੇ ਇੱਕੋ ਗੱਲ ਬਾਰ-ਬਾਰ ਰਿਪੀਟ ਕੀਤੀ ਹੈ ਕਿ ਇਹੋ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹੱਕ ਵਿੱਚ ਨੇ। ਪਰ ਅਸਲ ਰਿਐਲਿਟੀ ਇੱਥੇ ਇਹ ਮੁੱਕਦੀ ਹੈ ਕਿਉਂਕਿ ਪੂਰੇ ਦੇਸ਼ ਦਾ ਕਿਸਾਨ ਪਾਗਲ ਤਾਂ ਹੈ ਨਹੀਂਗਾ ਜਿਹੜਾ ਅੱਜ ਸੜਕਾਂ 'ਤੇ ਆ ਚੁੱਕਿਆ ਹੈ, ਅੰਨਦਾਤਾ ਸੜਕਾਂ 'ਤੇ ਆ ਚੁੱਕਿਆ ਹੈ। ਉਹ ਕੋਈ ਬੇਵਕੂਫ ਤਾਂ ਹੈ ਨਹੀਂ ਜਿਹੜਾ ਉੱਠ ਕੇ ਸੜਕਾਂ 'ਤੇ ਆ ਗਿਆ ਹੈ ਅਤੇ ਆਪਣਾ ਸ਼ਾਂਤਮਈ ਢੰਗ ਦੇ ਨਾਲ ਧਰਨੇ ਦੇ ਰਿਹਾ ਹੈ, ਪ੍ਰੋਟੈਸਟ ਕਰ ਰਿਹਾ ਹੈ। ਅਤੇ ਮੋਦੀ ਦੀ ਸਿਰਫ ਇੱਕੋ ਹੀ ਗੱਲ ਆ, ਅੱਜ ਉਹਦੀ ਈਗੋ ਉਹਨੂੰ ਮਾਰ ਰਹੀ ਆ ਕਿ ਉਹ ਬਿੱਲ ਵਾਪਸ ਲੈਣੇ ਵੀ ਚਾਹੁੰਦਾ ਹੈ ਪਰ ਉਹ ਬਿੱਲ ਵਾਪਸ ਨਹੀਂ ਲਵੇਗਾ ਕਿਉਂਕਿ ਉਸਦੀ ਕਿਤੇ ਨਾ ਕਿਤੇ ਉਸਦੇ ਵਿੱਚ ਹਉਮਾ ਹੈ, ਹੰਕਾਰ ਹੈ, ਜੋ ਕਿ ਉਸਨੇ ਪੰਜਾਬ ਦਾ ਪੂਰੇ ਦੇਸ਼ ਦਾ ਸਾਰਾ ਕੁਝ ਵੇਚ ਦਿੱਤਾ ਹੈ, ਅੰਬਾਨੀਆਂ ਅੰਡਾਨੀਆਂ ਨੂੰ ਸਾਰਾ ਕੁਝ ਵੇਚ ਦਿੱਤਾ ਹੈ। ਅਤੇ ਉਹ ਜਿਵੇਂ ਕਿ ਪੰਜਾਬ ਦੀ ਜ਼ਮੀਰ ਪੂਰੇ ਭਾਰਤ ਦੇਸ਼ ਦੇ ਕਿਸਾਨਾਂ ਨੂੰ ਵੀ ਅੰਬਾਨੀਆਂ ਅੰਡਾਨੀਆਂ ਨੂੰ ਵੇਚਣਾ ਚਾਹੁੰਦਾ ਹੈ। ਸੋ ਮੈਂ ਇਹੀ ਕਹਿਣਾ ਚਾਹਾਂਗਾ, ਮੋਦੀ ਤੈਨੂੰ ਜਿਹੜੇ ਤੂੰ ਬਿੱਲ ਪਾਸ ਕੀਤੇ ਨੇ ਤੈਨੂੰ ਵਾਪਸ ਲੈਣੇ ਚਾਹੀਦੇ ਨੇ, ਅਦਰਵਾਈਜ਼ ਤੇਰਾ ਅੰਤ ਬਹੁਤ ਬੁਰਾ ਹੋਵੇਗਾ। ਥੈਂਕ ਯੂ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ ਗਰੁੱਪ ਅੱਜ ਵਿਨੀਪੈਗ ਦੇ ਵਿੱਚ ਅਸੀਂ ਆਊਟਡੋਰ ਕਵਰੇਜ ਕਰ ਰਹੇ ਹਾਂ। ਬੱਚੇ ਵੀ ਖੜੇ ਨੇ, ਤੁਸੀਂ ਕਹਿਣਾ ਚਾਹੁੰਦੇ ਸੋ ਇਸ ਬੱਚੇ ਨੇ ਵੀ ਕਿਹਾ ਵੀ ਨੋ ਫਾਰਮ ਨੋ ਫੂਡ ਨੋ ਐਨੀਥਿੰਗ, ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ, ਨੋ ਫਾਰਮਰ ਨੋ ਫੂਡ। ਦੇਖੋ ਇਹ ਵੱਡੇ ਵੱਡੇ ਬੈਨਰ ਲੈ ਕੇ ਸਪੋਰਟ ਫਾਰਮਰ ਦੀ ਸਪੋਰਟ ਦੇ ਵਿੱਚ ਖੜੇ ਨੇ। ਇੱਕ ਛੋਟਾ ਜਿਹਾ ਬੱਚਾ ਕਹਿੰਦਾ ਵਟ ਯੂਅਰ ਨੇਮ, ਸੋ ਵਟ ਯੂ ਵਾਂਟ ਟੂ ਸੇ? ਗ੍ਰੇਟ, ਤੁਸੀਂ ਕੀ ਕਹਿਣਾ ਚਾਹੋਗੇ? ਨੋ ਫਾਰਮਰ ਨੋ ਫੂਡ। ਕੀ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਨੂੰ ਝੁਕ ਜਾਣਾ ਚਾਹੀਦਾ? ਝੁਕਣਾ ਚਾਹੀਦਾ ਵੀਰ ਜੀ। ਆਪਣੇ ਅੜੀਅਲ ਰਵੱਈਏ ਦੇ ਉੱਤੇ ਸੈਂਟਰ ਸਰਕਾਰ ਆ ਜਿਹੜੀ ਅੜੀ ਹੋਈ ਆ, ਹਰ ਰੋਜ਼ ਹੀ ਉਹ ਕਿਸਾਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੀ ਆ। ਜਿਹੜੇ ਉੱਥੇ ਗਰੁੱਪ ਨੇ ਕਿਸਾਨਾਂ ਦੇ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਾੜਿਆ ਜਾਵੇ ਤੇ ਅਸੀਂ ਆਪਣਾ ਕੰਮ ਠੀਕ ਕਰ ਸਕੀਏ। ਕੀ ਕਹਿਣਾ ਚਾਹੋਗੇ ਵੀਰ ਜੀ? ਉਹ ਕੇਂਦਰ ਸਰਕਾਰ ਆਪਣੇ ਨਾਲ ਆ, ਉਹ ਜਿੰਨਾ ਵੀ ਚਾਹੇ ਮਰਜ਼ੀ ਪਾੜ ਲੈਣ ਪਰ ਉਹ ਨਹੀਂ ਪਾੜ ਸਕਦੇ ਆਪਾਂ ਜੀ। ਬਿਲਕੁਲ, ਦੇਖ ਲਓ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਉਹਨਾਂ ਦੇ ਮੂਹਰੇ ਹੁਣ ਜਿਹੜੇ ਕਿਸਾਨ ਨੇ ਉਹ ਆਪਣਾ ਲਾਈ ਬੈਠੇ ਨੇ ਤੰਬੂ। ਉੱਥੇ ਸੈਂਟਰ ਸਰਕਾਰ ਤੇ ਦਿੱਲੀ ਦੀਆਂ ਸੜਕਾਂ ਨੇ ਜਿਹੜੀਆਂ ਪੂਰੀਆਂ ਜਾਮ ਕੀਤੀਆਂ ਹੋਈਆਂ ਨੇ। ਕੈਮਰਾਮੈਨ ਭਿੰਡਰ ਦੇ ਨਾਲ ਦਵਿੰਦਰ ਕੌਸ਼ਿਕ, ਵਿਨੀਪੈਗ। ਦੇਖ ਸਕਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਅੰਦੋਲਨ ਹੈਗਾ ਉਹ ਸਿਖਰਾਂ ਤੇ ਆ ਚੁੱਕਿਆ ਹੈ। ਆਪਾਂ ਦੇਖ ਸਕਦੇ ਹਾਂ, ਅਸੀਂ ਵਿਨੀਪੈਗ ਤੋਂ ਲਗਾਤਾਰ ਲਾਈਵ ਕਵਰੇਜ ਵੌਇਸ ਆਫ ਇੰਡੀਆ ਦੇ ਲਈ ਕਰੀ ਜਾ ਰਹੇ ਹਾਂ। ਮੇਰੇ ਨਾਲ ਕਿਸਾਨਾਂ ਦੇ ਪੁੱਤਰ ਜੋ ਕੋਈ ਪੜ੍ਹਨ ਦੇ ਲਈ ਆਇਆ, ਕੋਈ ਵਰਕ ਪਰਮਿਟ 'ਤੇ ਆਇਆ, ਕੋਈ PR ਹੈ। ਅਸੀਂ ਉਹਨਾਂ ਦੇ ਦਰਦ ਜਿਹੜੇ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਨ ਦੀ ਕੋਸ਼ਿਸ਼ ਕਰਾਂਗੇ। ਕੀ ਸੋਚਦੇ ਆ ਜੀ ਜਿਹੜਾ ਮੋਦੀ ਨੇ ਇਹ ਕਾਲੇ ਕਾਨੂੰਨ ਲਿਆਂਦੇ ਆ, ਸਾਰੀ ਦਿੱਲੀ ਨੂੰ ਘੇਰ ਲਿਆ ਗਿਆ ਹੈ। ਹੁਣ ਲੱਗਦਾ ਹੈ ਕਿ ਤੁਹਾਨੂੰ ਮੋਦੀ ਆਪਣੀਆਂ ਗੱਲਾਂ ਤੋਂ ਪਿੱਛੇ ਹੋਊਗਾ? ਦੇਖ ਸਕਦੇ ਹੋ ਕਿ ਇਹਨਾਂ ਦਾ ਵਿਚਾਰ ਹੈ ਕਿ ਸਾਡੀ ਮਾਂ ਨੂੰ ਹੱਥ ਪਾ ਲਿਆ। ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਆਪਣੇ ਲੇਡੀਜ਼ ਹੈਗੀਆਂ ਉਹ ਉੱਥੇ ਜਾ ਕੇ ਕਹਿ ਰਹੀਆਂ ਕਿ ਜੇ ਗੋਲੀ ਵੱਜੇ ਤਾਂ ਸਾਡੀ ਹਿੱਕ ਦੇ ਵਿੱਚ ਵੱਜੇ, ਸਾਡੇ ਮੁੰਡੇ ਆ ਜਿਹੜੇ ਸਾਡੇ ਪਰਿਵਾਰ ਆ ਉਹ ਪਿੱਛੇ ਖੜਨ, ਅਸੀਂ ਗੋਲੀਆਂ ਹਿੱਕ 'ਚ ਖਾਵਾਂਗੇ। ਕੀ ਕਹਿੰਦੇ ਹੋ ਤੁਸੀਂ ਇਸ ਬਾਰੇ? ਹਾਂਜੀ, ਫਿਰ ਅਸੀਂ ਹੈ ਜੀ, ਉਹਨਾਂ ਨੇ ਆਪਣੀ ਸਾਰੀ ਉਮਰ ਕੱਢਤੀ। 70-80 ਸਾਲ ਦੀ ਏਜ ਦੇ ਵਿੱਚ ਇੱਥੇ ਪ੍ਰੋਟੈਸਟ ਕਰ ਰਹੇ ਨੇ। ਇਹ 70-80 ਸਾਲ ਵਾਲੀ ਏਜ ਵਾਲੀ ਜਿਹੜੀ ਏਜ ਹੈ, ਇਹ ਪ੍ਰੋਟੈਸਟ ਕਰਦੀ ਹੈ ਜਾਂ ਅਰੈਸਟ ਕਰਦੀ ਹੈ। ਠੀਕ ਹੈ, ਅਸੀਂ ਬਹੁਤ ਹੀ ਗੰਦੀ ਸਰਕਾਰ ਹੈ ਜਿਹੜੀ ਕਿ ਭਾਰਤ ਦੀ ਹੈ, ਇਹ ਵਾਇਲੇਸ਼ਨ ਕਰਦੀ ਹੈ। ਠੀਕ ਹੈ, ਇਹ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਖਾਲਿਸਤਾਨ ਦੀ ਮੰਗ ਹੋ ਰਹੀ ਹੈ। ਖਾਲਿਸਤਾਨ ਦੀ ਗੱਲ ਕਰ ਰਹੇ ਆ ਕਿ ਜਿਹੜੇ ਮੈਂ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਕਿ ਸਲੋਗਨ ਨੂੰ ਦਿਖਾਇਆ ਜਾਵੇ ਪਹਿਲਾਂ ਕਿ ਪੰਜਾਬ ਸਿਓ ਤੇਰੇ ਜੰਮੇ ਤੇਰੀ ਪਿੱਠ ਨਹੀਂ ਲੱਗਣ ਦਿੰਦੇ। ਖਾਲਿਸਤਾਨ ਦੀ ਗੱਲ ਕਰਦੇ ਆ, ਕੀ ਉਹ ਖਾਲਿਸਤਾਨ ਮੰਗ ਰਹੇ ਆ ਸਰਕਾਰਾਂ ਤੋਂ? ਅਸੀਂ ਬਿਲਕੁਲ ਵੀ ਖਾਲਿਸਤਾਨ ਦੀ ਮੰਗ ਜਿਹੜੀ
ਸਾਰੇ ਦੇ ਸਾਰੇ ਅੱਤਵਾਦੀ ਆ, ਵੱਖਵਾਦੀ ਆ। ਕੀ ਕਹਿਣਾ ਚਾਹੁੰਦੇ ਆ ਤੁਸੀਂ? ਸਾਰੇ ਅੱਤਵਾਦੀ ਹੋ? ਕੀ ਤੁਹਾਡੇ ਹੱਥਾਂ 'ਚ ਇੱਕ 47 ਖੜੀਆਂ ਹੋਈਆਂ ਜਿਹੜੇ ਉੱਥੇ ਬੈਠੇ ਆ? ਮੈਂ ਉਹਨਾਂ ਨੂੰ ਜਿਹੜੇ ਉਹ ਅੱਤਵਾਦੀਆਂ ਦਾ ਖਾਣਾ ਛੱਡ ਪਤਾ ਲੱਗ ਜੂ ਅੱਤਵਾਦੀਆਂ ਦਾ ਕੰਗਨਾ ਰਣੌਤ ਵਾਰ-ਵਾਰ ਆਪਣੇ ਟਵੀਟ ਆ ਜਿਹੜਾ ਉਹ ਦੇ ਰਹੀ ਹੈ ਕਿਸਾਨਾਂ ਦੇ ਵਿਰੁੱਧ। ਟਵੀਟ ਲਗਾਤਾਰ ਉਸਦੇ ਟਵੀਟ ਆ ਰਹੇ ਨੇ, ਟਵਿੱਟਰ ਆ ਰਹੇ ਨੇ ਟਵਿੱਟਰ ਤੇ। ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ? ਕੰਗਨਾ ਰਣੌਤ ਆ ਜਿਹੜੀ ਉਹ ਵਾਰ-ਵਾਰ ਕਿਸਾਨਾਂ ਦੇ ਵਿਰੋਧ ਦੇ ਵਿੱਚ ਇਸ ਜਿਹੜਾ ਐਜੀਟੇਸ਼ਨ ਚੱਲ ਰਿਹਾ ਉਹਦੇ ਵਿਰੋਧ ਦੇ ਵਿੱਚ ਟਵੀਟ ਕਰ ਰਹੀ ਹੈ। ਕੀ ਕਹਿੰਦੇ ਤੁਸੀਂ? ਇਹ ਸਾਰਾ ਕਰ ਰਹੀ ਹੈ, ਸਹੀ ਕਰ ਰਹੀ ਹੈ? ਨਹੀਂ, ਇਹ ਬਿਲਕੁਲ ਖਿਲਾਫ ਹੈ ਕਿਸਾਨਾਂ ਦੇ। ਅੱਜ ਤੱਕ ਸਿੰਪਥੀ ਗੇਨ ਕੀਤੀ ਹੈ। ਪਹਿਲਾਂ ਤਾਂ ਉਹਨੇ ਹਰ ਇੱਕ ਮੌਕੇ ਦਾ ਫਾਇਦਾ ਉਠਾਇਆ। ਪਿੱਛੇ ਉਹਦੇ ਕਾਫੀ ਚਰਚੇ ਹੋਏ ਸੀਗੇ ਕਿ ਜਿਹੜੇ ਆਪਣੇ ਉਹਨਾਂ ਦਾ ਘਰ ਵੀ ਭੰਨ ਦਿੱਤਾ ਗਿਆ ਸੀਗਾ ਅਤੇ ਉਹਨੇ ਕਾਫੀ ਹਾਲਾਂਕਿ ਅਸੀਂ ਕਿਸਾਨ ਵੀਰਾਂ ਨੇ ਅੱਜ ਤੱਕ ਸ਼ਰਮਾ ਦੇ ਕੇ ਆਏ ਸੀ। ਸਾਡੇ ਸਿਰ 'ਤੇ ਉੱਠ ਕੇ ਸਾਡੇ ਸਿਰ 'ਤੇ ਸਟੈਂਡ ਲੈ ਕੇ ਉਹ ਅਸੀਂ ਉਹਨਾਂ ਨੂੰ ਵੀਡੀਓ ਦਿੱਤੇ ਇੰਨੇ ਅੱਜ ਇੰਨੇ ਮਹਿਲਾਂ 'ਚ ਬੈਠੇ ਨੇ ਸਾਡੇ ਕਿਸਾਨਾਂ ਦੀ ਥਾਲੀ ਦੇ ਵਿੱਚ ਖਾ ਕੇ ਕਿਸਾਨਾਂ ਦੀ ਥਾਲੀ 'ਚ ਸ਼ੇਕ ਕਰ ਰਹੇ ਨੇ ਇਹ ਲੋਕ ਜਿਹੜੇ ਕਿਸਾਨਾਂ ਦਾ ਖਾ ਕੇ ਉਹਨਾਂ ਨੂੰ ਹੀ ਬੁਰਾ ਭਲਾ ਕਹਿ ਰਹੇ ਨੇ। ਇਹਨਾਂ ਵਾਸਤੇ ਸ਼ਰਮ ਦੀ ਗੱਲ ਹੈ। ਵਾਇਸ ਆਫ ਮੀਡੀਆ ਇਸ ਗੱਲ ਨੂੰ ਬਿਲਕੁਲ ਕਮੈਂਟ ਕਰ ਰਿਹਾ ਕਿ ਇਸ ਕਿਸੇ ਨੂੰ ਵੀ ਇਸ ਦੀ ਗੱਲ ਦਾ ਕਰਨ ਦਾ ਕੋਈ ਹੱਕ ਨਹੀਂ। ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਦਿਖਾਓ ਕਿ ਉਹ ਸਾਹਮਣੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਵਿਦਿਆਰਥੀ, ਉਹ ਸਾਹਮਣੇ ਚਾਰੇ ਪਾਸੇ ਚਾਰੇ ਚੌਕ ਦੇ ਕੋਨਿਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਵਿਦਿਆਰਥੀ। ਇੱਧਰ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਲੰਬੀਆਂ ਕਤਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਇੱਧਰ ਵੀ ਤੁਸੀਂ ਸਾਹਮਣੇ ਉੱਧਰ ਦੇਖ ਸਕਦੇ ਹੋ ਉਹ ਵਿਦਿਆਰਥੀ ਖੜੇ ਹੋਏ ਨੇ ਜੋ ਕਿਸਾਨਾਂ ਦੇ ਬੱਚੇ ਨੇ, ਪੰਜਾਬ ਤੋਂ ਆਏ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਕੋਲ ਜਾ ਕੇ ਉਹਨਾਂ ਦੀ ਪ੍ਰੋਟੈਸਟ ਜਿਹੜੀ ਗੱਲਬਾਤ ਆ ਉਹ ਸੁਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਵਰਿੰਦਰ ਭਿੰਡਰ, ਕੈਮਰਾਮੈਨ ਲਖਵਿੰਦਰ ਕੌਸ਼ਿਕ ਦੇ ਨਾਲ ਵਿਨੀਪੈਗ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ ਵਿਨੀਪੈਗ ਸਟੂਡੀਓ ਤੋਂ। ਅਸੀਂ ਖੜੇ ਹਾਂ ਇਸ ਟਾਈਮ ਗਾਰਡਨ ਸਿਟੀ ਨੀਲਾ ਚੌਂਕ ਇੰਡੀਆ ਮੈਕਸਲ ਸਟੈਂਡ ਦਾ ਮਹਿਫਲ ਦੇ ਏਰੀਏ ਦੇ ਵਿੱਚ। ਕੁਝ ਨੌਜਵਾਨ ਇੱਥੇ ਖੜੇ ਨੇ ਜਿਹੜੇ ਕਿ ਭਾਰਤ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਸੰਬੰਧ ਦੇ ਵਿੱਚ ਰੋਸ ਪ੍ਰਗਟ ਕਰਨ ਲਈ ਖੜੇ ਨੇ। ਅਸੀਂ ਇਹਨਾਂ ਨੂੰ ਸੁਣਨਾ ਚਾਹਾਂਗੇ। ਪਹਿਲਾਂ ਇਹਨਾਂ ਦੇ ਸਲੋਗਨ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਦਿਖਾਇਆ ਗਿਆ ਭਾਰਤ ਦੀ ਜਿਹੜੀ ਹਰਿਆਣੇ ਦੀ ਪੁਲਿਸ ਆ ਉਹਨਾਂ ਵੱਲੋਂ ਕਿਵੇਂ ਬੈਰੀਕੇਡ ਲਾਏ ਨੇ। ਦੇਖੋ ਬਜ਼ੁਰਗ ਇਹਦੇ 'ਤੇ ਖੜੇ ਨੇ, ਕਿਵੇਂ ਇਹਨਾਂ ਦੇ ਸੱਟਾਂ ਲੱਗੀਆਂ ਨੇ। ਜਿਹੜੀਆਂ ਸਰਕਾਰਾਂ ਇਹਨਾਂ ਨੂੰ ਅੱਤਵਾਦੀ ਦੱਸਦੀਆਂ ਨੇ, ਕੀ ਇਹ ਬਜ਼ੁਰਗ ਅੱਤਵਾਦੀ ਹੈ? ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਨੂੰ ਤਾਂ ਇਹੀ ਕਹਿਣਾ ਕਿ ਸਾਡੇ ਇਹ ਦਾਦੇ ਪੜਦਾਦੇ ਆ ਜਿਹਨਾਂ ਨੂੰ ਇਹ ਕਹਿੰਦੇ ਕਿਰਾਏ 'ਤੇ ਲੈ ਕੇ ਆਏ ਗਏ ਆ, ਪਰ ਇਹ ਕਿਰਾਏ 'ਤੇ ਨਹੀਂ ਲੈ ਕੇ ਆਏ ਗਏ। ਤੁਸੀਂ ਇਹਨਾਂ ਕੋਲ ਜਾ ਕੇ ਦੇਖ ਸਕਦੇ ਜਿਸ ਨੂੰ ਆਈ ਲੱਗਦਾ ਸਰਕਾਰ ਨੂੰ ਲੱਗਦਾ ਨਾ ਕਿ ਪਹਾੜੀ ਦੇ ਲਿਆਂਦੇ ਹੋਏ ਆ। ਇਹਨਾਂ ਕੋਲ ਇੱਕ ਵਾਰੀ ਜਾ ਕੇ ਦੇਖ ਇਹਨਾਂ ਦੇ ਦਰਦ ਸੁਣ, ਫਿਰ ਪਤਾ ਲੱਗੂਗਾ ਸਰਕਾਰ ਨੂੰ ਕਿ ਕਿਵੇਂ ਆਏ ਆ, ਕਿੱਥੋਂ ਆਇਆ, ਕਿਹੜੀਆਂ ਮਾਰੂ ਨੀਤੀਆਂ ਕਰਕੇ ਇਹ ਉੱਥੇ ਪਹੁੰਚੇ ਆ। ਇਹਨਾਂ ਨੇ ਤਾਂ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਲਿਆ ਕਿ ਕੋਈ ਇਹਨਾਂ ਨੂੰ ਤਾਂ ਹੁਣ ਕੋਈ ਖੌਫ ਦੀ ਡਰ ਗੱਲ ਹੀ ਨਹੀਂ। ਤੁਸੀਂ ਸੁਣ ਕੇ ਤਾਂ ਵੇਖੋ ਉਹਨਾਂ ਨੂੰ, ਉਹ ਤਾਂ ਕਹਿੰਦਾ ਤਾਂ ਮਰਨ ਆਇਆ ਜਾਂ ਤਾਂ ਅਸੀਂ ਹੱਕ ਲਵਾਂਗੇ ਜਾਂ ਇੱਥੋਂ ਮਰ ਕੇ ਜਾਵਾਂਗੇ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਕਿਵੇਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਵੰਡ ਤੋਂ ਹਰਿਆਣੇ ਦੀ ਖੱਟੜ ਸਰਕਾਰ ਨੇ ਰੋਕਿਆ ਸੀ। ਆ ਕਿਵੇਂ ਪੰਜਾਬੀਆਂ ਦੇ ਰੋਹ ਦੇ ਮੂਹਰੇ ਇਹ 10 ਮਿੰਟ ਵੀ ਨਹੀਂ ਟਿਕ ਸਕੇ। ਪੰਜਾਬੀਆਂ ਦੇ ਰੋਹ ਦੇ ਮੂਹਰੇ ਜੇ ਕੋਈ ਪੰਜਾਬੀਆਂ ਨਾਲ ਧੱਕਾ ਕਰਦਾ ਹੋਵੇ, ਪੰਜਾਬੀ ਉਹਨੂੰ 2 ਮਿੰਟ ਵੀ ਨਹੀਂ ਟਿਕਣ ਦਿੰਦੇ। ਤੇ ਹੋਰ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆ ਦੇਖੋ, ਇੱਧਰ ਦੇਖੋ ਪੰਜਾਬ ਸਿੰਘ ਵਾਲੀ ਜਿਹੜੀ ਹੈਗੀ ਆ, ਕਿਸ ਤਰ੍ਹਾਂ ਦੇ ਸਲੋਗਨ ਮਤਲਬ ਆਪਣੇ ਨੌਜਵਾਨ ਵੀਰ ਇੱਥੇ ਲਈ ਖੜੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ ਭਾਰਤੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਦੇ ਵਿੱਚ। ਇੱਕ ਤਰ੍ਹਾਂ ਨਾਲ ਉਹਨਾਂ ਨੂੰ ਉੱਥੇ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੰਨੇ ਵੀ ਭਾਰਤ ਦੀਆਂ 400-500 ਤੋਂ ਉੱਪਰ ਜਥੇਬੰਦੀਆਂ ਨੇ ਤੇ ਉਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਕੀ ਤੁਹਾਨੂੰ ਕੀ ਲੱਗਦਾ ਜਿਹੜੇ ਉੱਥੇ ਕਿਸਾਨ ਨੇ ਜਾਂ ਜਿਹੜੀਆਂ ਉੱਥੇ ਜਥੇਬੰਦੀਆਂ ਨੇ ਉਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ? ਕੀ ਸੈਂਟਰ ਸਰਕਾਰ ਇਹਨਾਂ ਚਾਲਾਂ ਮੇਰਾ ਇਰਾਦਾ ਸੀਗਾ ਯਾਰ ਇਹ ਸਰਕਾਰ ਨੂੰ ਮਤਲਬ ਮੰਗਣੀ ਪੈਣੀ ਹੈ, ਨਹੀਂ ਤਾਂ ਔਖਾ ਹੋ ਜਾਣਾ। ਦੇਖੋ ਜੀ ਇਹ
ਕਿਸਾਨ ਵੀਰ ਆਪਣੀ ਖੇਤੀ ਨਹੀਂ ਕਰਨਗੇ ਕਿਵੇਂ ਵਾਹੁਣਗੇ ਜੀ ਫਸਲ, ਕਿਵੇਂ ਰੋਟੀ ਖਾਣਗੇ ਜੀ, ਉਹ ਬਹੁਤ ਔਖਾ ਹੋਊਗਾ ਜੀ ਸਾਰੇ ਤੋਂ। ਇਸ ਕਰਕੇ ਹੀ ਸਰਕਾਰ ਨੂੰ ਕਰਨੀ ਹੀ ਪੈਣੀ ਹੈ। ਬਿਲਕੁਲ ਜੀ, ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੇ ਨੇ। ਉਹ ਕਹਿੰਦੇ ਅਸੀਂ ਇਹ ਕੰਮ ਸਿਰੇ ਚੜ੍ਹ ਕੇ ਹੀ ਹਟਣਾ, ਕਿਉਂਕਿ ਪੰਜਾਬੀ ਨੇ, ਪੰਜਾਬ ਦੇ ਪਿੱਛੇ ਸਾਰਾ ਹਿੰਦੁਸਤਾਨ ਆ। ਜਿਹੜੇ ਪੰਜਾਬੀਆਂ ਨੂੰ ਉੱਥੇ ਲੋਕ 2% ਕਹਿੰਦੇ ਨੇ, 2% ਨੇ ਆਪਣੀ ਤਾਕਤ ਆ ਜਿਹੜੀ ਉੱਥੇ ਸੈਂਟਰ ਦੇ ਸਰਕਾਰ ਦੇ ਵਿਰੁੱਧ ਦਿਖਾ ਦਿੱਤੀ ਆ। ਤੇ ਇਹਦੇ ਬਾਰੇ ਪੁੱਛਣਾ ਚਾਹੁੰਦਾ ਕਿ 2% ਵਾਲੇ ਅਜੇ ਤੱਕ ਕੁਰਬਾਨੀਆਂ ਕਰ ਰਹੇ ਨੇ, ਜਿੰਨੀਆਂ ਫਾਂਸੀਆਂ ਦਿੱਤੀਆਂ ਨੇ, ਜਿੰਨੀਆਂ ਤੁਸੀਂ ਦੇਖ ਸਕਦੇ ਹੋ ਜਿੱਥੋਂ ਇੱਥੋਂ ਲੰਘਣ ਵਾਲੇ ਬੀਚ ਬੈਂਕ ਕੈਨੇਡਾ ਦੇ ਮੇਨ ਚੌਂਕ ਦੇ ਵਿੱਚ ਤੁਸੀਂ ਲੰਘਣ ਵਾਲੇ ਸਾਰੇ ਬੰਦੇ ਜਿੰਨੇ ਵੀ ਇੱਥੋਂ ਗੱਡੀਆਂ ਲੰਘ ਰਹੇ ਨੇ ਸਾਰੇ ਹੌਂਕ ਜਾ ਕੇ ਆਪਣਾ ਇਹ ਨਾਲ ਦਰਜ ਕਰਾ ਰਹੇ ਨੇ। ਕੁਝ ਨੌਜਵਾਨ ਇੱਧਰ ਵੀ ਖੜੇ ਨੇ, ਇਹਨਾਂ ਨੂੰ ਤੁਸੀਂ ਪੁੱਛੋ। ਕਿਸਾਨ ਏਕਤਾ ਜਿੰਦਾਬਾਦ ਦੇ ਇਸ ਵਾਰ ਵੀ ਹੁਣ 3 ਬਿੱਲ ਹੈ ਜਿਹੜੇ ਇਹ ਧੱਕੇ ਨਾਲ ਚੁੱਕੇ ਜਾ ਰਹੇ ਆ। ਸੋ ਹਰ ਕੋਈ ਚਾਹੁੰਦਾ ਵੀ ਵਾਪਸ ਲੈ ਜਾਣ, ਤਾਂ ਕਰਕੇ ਪ੍ਰੋਟੈਸਟ ਹੋ ਰਹੇ ਆ। ਉੱਥੇ ਪੀਸਫੁਲ ਪ੍ਰੋਟੈਸਟ ਹੋ ਰਹੇ ਆ, ਬਟ ਉਹਨਾਂ 'ਤੇ ਧੱਕਾ ਮਤਲਬ ਲਾਠੀ ਚਾਰਜ, ਕਿਤੇ ਵਾਟਰ ਕੈਨਨ, ਕਿਤੇ ਕੁਛ ਨਾ ਕਿਤੇ ਕੁਛ, ਅਤੇ ਬਜ਼ੁਰਗ ਆ ਵਿਚਾਰੇ ਠੰਡ ਦੇ ਵਿੱਚ ਬੈਠੇ ਹੋਏ ਆ ਨਾ। ਤਾਂ ਸਰਕਾਰ ਨੂੰ ਚਾਹੀਦਾ ਕਿ ਉਹ ਵਾਪਸ ਲੈ ਲੈਣ ਜਲਦੀ ਤੋਂ ਜਲਦੀ। ਉਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਜਾਂ ਤਾਂ ਉਹ MSP ਦਾ ਲਿਖ ਕੇ ਦੇ ਦੇਣ ਜਾਂ ਉਹਨੂੰ ਸਿੱਧੇ ਤੋਂ ਸਿੱਧੇ ਤਰੀਕੇ ਨਾਲ ਵਾਪਸ ਲੈਣ, ਕਿਉਂਕਿ ਉਹ ਜਿਹੜੇ ਗਏ ਹੋਏ ਆ ਉਹ ਤਾਂ ਮਰਨ ਲਈ ਹੀ ਗਏ ਹੋਏ ਆ। ਬਿਲਕੁਲ ਕਿਸਾਨ ਉੱਥੇ ਕਹਿੰਦੇ ਨੇ ਕਰੋ ਜਾਂ ਮਰੋ, ਹੈ ਨਾ ਜੀ। ਇਹ ਕਹਿੰਦੇ ਨੇ ਅਸੀਂ ਇਹ ਜਿਹੜੇ ਬਿੱਲ ਨੇ ਇਹਨਾਂ ਨੂੰ ਅਸੀਂ ਖਤਮ ਕਰਾ ਕੇ ਹਟਣਾ, ਤੇ ਸਾਡਾ ਇਸ ਤੋਂ ਬਿਨਾਂ ਕੋਈ ਹੋਰ ਨਹੀਂ। ਸਾਡੇ ਨਾਲ ਕੱਢੇ ਨੇ ਪਲੀਜ਼ ਟਵੀਟ ਫਾਰਮਰ ਪ੍ਰੋਟੈਸਟ। ਤੁਸੀਂ ਵੱਖਰੇ ਜਿੰਨੇ ਵੀ ਨੌਜਵਾਨ ਨੇ, ਪੜ੍ਹੇ ਲਿਖੇ ਨੇ, ਆਪਣੇ ਟਵਿੱਟਰ ਅਕਾਊਂਟ ਬਣਾਉਣ, ਵੱਧ ਤੋਂ ਵੱਧ ਉੱਤੇ ਜਿਹੜੇ ਹੈਸ਼ਟੈਗ ਚੱਲਦੇ ਨੇ ਉਹਨਾਂ ਨੂੰ ਫੋਲੋ ਕਰ। ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਜੀ ਆਪਣੇ ਪੰਜਾਬੀ ਜਿਵੇਂ ਟਵਿੱਟਰ ਤੇ ਬਹੁਤ ਘੱਟ ਨੇ, ਤੇ ਉਹਨਾਂ ਨੂੰ ਅਕਾਊਂਟ ਬਣਾ ਕੇ ਟਵਿੱਟਰ ਤੇ ਫੀਡ ਕਰਨਾ ਚਾਹੀਦਾ ਹੈ ਪੰਜਾਬੀ ਫਾਰਮਰਸ ਪ੍ਰੋਟੈਸਟ ਬਾਰੇ, ਕਿ ਇੰਡੀਆ 'ਚ ਕਿੰਨਾ ਧੱਕਾ ਹੋ ਰਿਹਾ, ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇੰਡੀਆ ਇੱਕ ਤਰ੍ਹਾਂ ਡਿਕਟੇਟਰਸ਼ਿਪ ਹੀ ਹੋ ਰਿਹਾ ਹੈ, ਕਿਉਂਕਿ ਜੋ ਸਾਰੇ ਕਿਸਾਨ ਚਾਹੁੰਦੇ ਹਨ ਕਿ ਇਹ ਵਾਪਸ ਲੈ ਜਾਣ। ਇੱਕ ਜਿਹੜਾ ਆਪਣੇ ਫਿਲਮੀ ਐਕਟਰ ਸਾਹਿਬ ਜਿਹੜਾ ਗੁਰਦਾਸਪੁਰ ਤੋਂ MP ਸੀ, ਜਿਹਨੂੰ ਆਪਾਂ ਪੰਜਾਬੀ ਲੋਕ ਬਹੁਤ ਆਪਣੇ ਨੌਜਵਾਨਾਂ ਨੂੰ ਫਾਲੋ ਕਰਦੇ ਨੇ, ਕਹਿੰਦੇ ਉਹਨੂੰ ਕਰੋਨਾ ਹੋ ਗਿਆ ਹੋਵੇ ਜੀ, ਪਰ ਉਹਨੂੰ ਚਾਹੀਦਾ ਸੀਗਾ ਕਿ ਪੰਜਾਬ ਦਾ ਹੁਣ ਸਾਥ ਦਿੱਤਾ ਜਾਵੇ। ਉਹਨੂੰ ਪੰਜਾਬ ਦੇ ਬਹੁਤ ਵਧੀਆ ਐਕਟਰ ਮੰਨਦੇ ਸੀਗੇ, ਪਰ ਉਹਨੇ ਆ ਕੇ ਜਿਵੇਂ ਦੀ MP ਸੀਟ ਛੱਡ ਕੇ ਚਲਾ ਗਿਆ, ਉਵੇਂ ਹੁਣ ਸਿੱਖਾਂ ਸਾਥ ਛੱਡ ਕੇ ਚਲਾ ਗਿਆ। ਉਹ ਸਹੀ ਗੱਲ ਨਹੀਂ ਹੈਗੀ। ਉਹਦਾ ਘਰ ਤਾਂ ਸੁਣਨ ਦੇ ਵਿੱਚ ਆਇਆ ਵੀ ਬੰਬੇ ਹੈਗਾ, ਪਰ ਬੈਠਾ ਉਹ ਕਹਿੰਦੇ ਅੱਜ ਕੱਲ੍ਹ ਮਨਾਲੀ ਦੇ ਵਿੱਚ ਆ। ਉਹ ਵੀ ਜਾਣੇ, ਉਹਨੂੰ ਆਉਣਾ ਚਾਹੀਦਾ, ਨਾਲ ਸਾਥ ਦੇਣਾ ਚਾਹੀਦਾ ਪੰਜਾਬੀਆਂ ਦੇ, ਆਉਣਾ ਚਾਹੀਦਾ। ਕਿਉਂਕਿ ਮੈਂ ਤਾਂ ਪੰਜਾਬ ਦੀ ਬਿਲੋਂਗ ਕਰਦਾ ਆ। ਬਿਲਕੁਲ ਪੰਜਾਬੀਆਂ ਨੇ ਸਨੀ ਦਿਓਲ ਨੂੰ ਬਹੁਤ ਮਾਣ ਦਿੱਤਾ। ਅਸੀਂ ਇਹ ਵਾਇਸ ਆਫ ਇੰਡੀਆ ਵੱਲੋਂ ਪੰਜਾਬ ਫਾਰਮਰ ਦੇ ਇੰਡੀਆ ਦੇ ਵਿੱਚ ਫਾਰਮਰ ਦੇ ਅਸੀਂ ਉਹਨਾਂ ਦੇ ਨਾਲ ਆ। ਅਸੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇੱਥੇ ਅੱਜ ਨੌਜਵਾਨ ਵੀਰ ਉਹ ਜਾ ਰਹੇ ਨੇ। ਇੱਧਰ ਹੀ ਸਾਈਡ 'ਤੇ ਕੈਮਰਾਮੈਨ ਨੂੰ ਕਹੂੰਗਾ ਉਹਨਾਂ ਨੂੰ ਦਿਖਾ ਸਕਦੇ ਨੇ। ਅਤੇ ਕਿਸਾਨ ਮਾਰੂ ਨੀਤੀਆਂ ਨੇ ਜਿਹੜੀਆਂ ਜੇਕਰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਸਾਨਾਂ ਦਾ ਕੋਈ ਸਾਥ ਨਹੀਂ ਦੇਊਗਾ ਤਾਂ ਭਾਰਤ ਦਾ ਕੋਈ ਫਿਊਚਰ ਨਹੀਂ ਹੋਊਗਾ। ਕੈਮਰਾਮੈਨ ਪਿੰਡ ਦੇ ਨਾਲ ਲਖਵਿੰਦਰ ਕੌਸ਼ਿਕ, ਵਿਨੀਪੈਗ ਕੈਨੇਡਾ, ਵਾਇਸ ਆਫ ਇੰਡੀਆ। ਲਖਵਿੰਦਰ ਜੀ, ਇੱਕ ਜਿਹੜੀ ਗੱਲ ਮੇਰੇ ਨੋਟਿਸ 'ਚ ਅੱਜ ਆਈ ਹੈ ਕਿ ਇੱਕ ਜਗ੍ਹਾ ਜਦੋਂ ਕੁਝ ਨੌਜਵਾਨ ਇੱਕ ਜਗ੍ਹਾ ਖੜੇ ਸੀ ਔਰ ਭਾਵੇਂ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਸੀ, ਮਾਸਕ ਪਾਏ ਹੋਏ ਸੀ, ਉਹ ਆਪਣੇ ਵੱਲੋਂ ਜਿਹੜੇ ਡੈਮੋਨਸਟ੍ਰੇਸ਼ਨ ਕਰਨ ਆਏ ਲੋਕਾਂ ਦੀ ਸੇਵਾ ਵੀ ਕਰ ਰਹੇ ਸੀ, ਚਾਹ ਪਿਲਾਉਣ ਦੀ ਗੱਲ ਕਰ ਰਹੇ, ਬੜੀ ਚੰਗੀ ਗੱਲ ਹੈ। ਇਹ ਸਾਡਾ ਵਿਰਸਾ ਅਸਲ ਵਿੱਚ ਕਿ ਜਦੋਂ ਸਾਡੇ ਕੋਲ ਕੋਈ ਆਉਂਦਾ ਅਸੀਂ ਉਹਦੀ ਚਾਹ ਪਾਣੀ ਨਾਲ ਸੇਵਾ ਕਰਦੇ, ਲੰਗਰ ਲਾਉਂਦੇ, ਠੀਕ ਹੈ ਜੀ। ਇਹੋ ਜਿਹਾ ਬਿਲਕੁਲ ਸਿਮਿਲਰ ਜਿਹੜਾ ਸੀ ਇੰਡੀਆ ਵਿੱਚ ਜਗ੍ਹਾ ਜਗ੍ਹਾ ਤੇ। ਹਾਂਜੀ ਬਿਲਕੁਲ। ਉੱਥੇ ਦੇਖੋ ਜਿਹੜੇ ਉਹੀ ਪੁਲਿਸ ਵਾਲੇ ਕੁੱਟਣ ਵਾਲੇ ਸੀ, ਉਹੀ ਸ਼ਾਮ ਨੂੰ ਆਪਣੇ ਗੁਰੂ ਕਾ ਲੰਗਰ ਜਿਹੜਾ ਵਰਤ ਰਿਹਾ ਸੀ ਉਹਦੇ ਵਿੱਚ ਕਿਸਾਨਾਂ ਵੱਲੋਂ ਲਾਇਆ ਜਾ ਰਿਹਾ ਸੀ, ਉੱਥੇ ਹੀ ਲੰਗਰ ਬਿਲਕੁਲ ਛਕ ਰਹੇ ਸੀ। ਔਰ ਇਹ ਆਪਣੀ ਮਹਾਨਤਾ ਜੀ ਆਪਣੀ ਪੰਜਾਬੀ। ਪਰ ਇੱਥੇ ਇੱਕ ਵਿਨੀਪੈਗ ਦੇ ਵਿੱਚ ਜਿਹੜੀ ਅੱਜ ਗੱਲ ਹੋਈ ਆ ਉਹ ਇਹ ਹੋਈ ਆ ਕਿ ਜਸਟਿਸ ਨੇ ਵਿਨੀਪੈਗ ਮੈਨੀਟੋਬਾ ਜਸਟਿਸ ਨੇ ਔਰ ਵਿਨੀਪੈਗ ਪੁਲਿਸ ਨੇ ਆ ਕੇ ਉਹਨਾਂ ਨੌਜਵਾਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਮੈਨੂੰ ਲੱਗਦਾ ਕਿ ਸ਼ਾਇਦ ਜਿਹੜੇ ਸਾਡੀ ਰੈਲੀ ਕਰਨਾ ਬਹੁਤ ਚੰਗੀ ਗੱਲ, ਸਾਡਾ ਉਹਨਾਂ ਕਿਸਾਨਾਂ ਦੇ ਨਾਲ ਹਮਦਰਦੀ ਕਰਨਾ ਸਾਡਾ ਹੱਕ ਬਣਦਾ, ਸਾਡਾ ਫਰਜ਼ ਬਣਦਾ, ਇਖਲਾਕੀ ਫਰਜ਼ ਹੈ ਸਾਡਾ। ਪਰ ਇਹਦੇ ਨਾਲ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਊਗਾ। ਹਾਂਜੀ ਬਿਲਕੁਲ। ਕਿਸੇ ਵੀ ਪ੍ਰੈਸ ਦੇ ਵਿੱਚ ਜਦੋਂ ਆਪਾਂ ਕੋਈ ਜਾਂ ਸਿਟੀ ਦੇ ਵਿੱਚ ਕੋਈ ਵੀ ਆਪਾਂ ਇਸ ਤਰ੍ਹਾਂ ਦੇ ਐਜੀਟੇਸ਼ਨ ਕਰਦੇ ਹਾਂ ਜਾਂ ਰੋਸ ਮੁਜ਼ਾਹਰੇ ਕਰਦੇ ਹਾਂ, ਉੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਫਾਲੋ ਕਰਨੇ ਚਾਹੀਦੇ ਨੇ। ਬਕਾਇਦਾ ਜਿਹੜੀਆਂ ਹੋਣ ਵਾਲੀਆਂ ਹੋਰ ਵੀ ਰੈਲੀਆਂ ਨੇ ਜਾਂ ਹੋਰ ਵੀ ਪ੍ਰੋਟੈਸਟ ਨੇ, ਆਪਾਂ ਚਾਹੁੰਦੇ ਹਾਂ ਵੀ ਜਿੰਨੇ ਵੀ ਆਪਣੇ ਵੀਰ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ
ਤਾਂ ਉਹ ਮੈਂਟੋਵਾ ਜਿਹੜੀ ਸਿਟੀ ਆ ਉਹਦੇ ਤੋਂ ਪਰਮਿਸ਼ਨ ਜ਼ਰੂਰ ਲੈਣੀ, ਵਿਨੀਪੈਗ ਸਿਟੀ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ, ਪੁਲਿਸ ਤੋਂ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੈ, ਲੈਣੀ ਚਾਹੀਦੀ ਹੈ। ਉਹ ਸਾਨੂੰ ਮਨਾ ਨਹੀਂ ਕਰਦੇ ਜੀ। ਬਿਲਕੁਲ। ਜਦੋਂ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਪੀਸਫੁਲ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਰਾਈਟ ਹੈ ਤੇ ਵਿਨੀਪੈਗ ਦੇ ਲੋਕਾਂ ਨੂੰ ਵੀ ਰਾਈਟ ਹੈ, ਪਰ ਇਹਦੇ ਲਈ ਕਿਉਂਕਿ ਕਰੰਟ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਕ੍ਰਿਟੀਕਲ ਕੋਵਿਡ-19 ਕਰਕੇ ਸਾਡਾ ਤਾਂ ਸਾਰਾ ਰੈੱਡ ਜ਼ੋਨ ਵਿੱਚ ਹੈਗਾ ਤੇ ਹਰ ਰੋਜ਼ ਬੜੇ ਕੇਸ ਸਾਹਮਣੇ ਆਉਂਦੇ ਆ, ਬਹੁਤ ਸਾਰੀਆਂ ਡੈਥ ਹੋ ਰਹੀਆਂ ਹੈਗੀਆਂ ਤੇ ਪ੍ਰਸ਼ਾਸਨ ਜਿਹੜਾ ਚਿੰਤਾਤੁਰ ਵੀ ਹੈਗਾ। ਪ੍ਰਸ਼ਾਸਨ ਦੇ ਵੱਲੋਂ ਸ਼ਾਇਦ ਇਹ ਜਿਹੜੀ ਰੁਕਾਵਟ ਪਾਈ ਗਈ ਹੈ ਉਹਦੇ ਪਿੱਛੇ ਕਾਰਨ ਜਿਹੜਾ ਉਹ ਇਹ ਹੈ ਕਿ ਸਾਡੇ ਕੋਲ ਪਰਮਿਸ਼ਨ ਨਹੀਂ ਹੈ। ਮੈਂ ਵਾਇਸ ਆਫ ਇੰਡੀਆ ਵੱਲੋਂ ਚਾਹੁੰਦਾ ਕਿ ਸਾਨੂੰ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜਿਹੀਆਂ ਰੈਲੀਆਂ ਜਿਹੜੇ ਸਾਡੇ ਅਨਾਉਂਸ ਹੋਈਆਂ ਹੀ ਆ, ਇੱਕ 6 ਤਰੀਕ ਨੂੰ ਹੋ ਰਹੀ, ਇੱਕ 12 ਤਰੀਕ ਨੂੰ ਹੋ ਰਹੀ ਹੈ, ਕੋਈ ਇਨ ਬਿਟਵੀਨ ਕੋਈ ਹੋਰ ਵੀ ਹੋਏਗੀ ਜਾਂ ਅੱਗੋਂ ਪਿੱਛੋਂ ਵੀ ਹੁੰਦੀਆਂ ਰਹਿਣਗੀਆਂ, ਜਾਂ ਫਿਊਚਰ ਦੇ ਵਿੱਚ ਵੀ ਕੋਈ ਇਸ ਤਰੀਕੇ ਦਾ ਡੈਮੋਨਸਟ੍ਰੇਸ਼ਨ ਕਰਨ ਦੀ ਪਲੈਨਿੰਗ ਬਣਦੀ ਹੈ ਤੇ ਬਕਾਇਦਾ ਉਹਦੇ ਲਈ ਸਾਨੂੰ ਪਰਮਿਸ਼ਨ ਲੈ ਲੈਣੀ ਚਾਹੀਦੀ। ਬਿਲਕੁਲ ਜੀ, ਜੇ ਕਿਸੇ ਨੂੰ ਜਾਣਕਾਰੀ ਵੱਧ ਲੈਣੀ ਹੋਵੇ 311 ਦੇ ਉੱਤੇ ਕਾਲ ਕਰਕੇ ਲੈ ਸਕਦਾ ਵੀ ਕਿਸ ਤਰ੍ਹਾਂ ਆਪਾਂ ਪਰਮਿਸ਼ਨ ਲੈ ਸਕਦੇ ਹੈਗੇ ਆ। ਵਿਦਆਊਟ ਇਹਨਾਂ ਕੰਟਰੀ ਦੇ ਵਿੱਚ ਆਪਾਂ ਪਰਮਿਸ਼ਨ ਕੋਈ ਇਸ ਤਰ੍ਹਾਂ ਦੇ ਐਜੀਟੇਸ਼ਨ ਕਰਦੇ ਆ ਜਾਂ ਰੈਲੀ ਕਰਦੇ ਆ, ਕਈ ਵਾਰੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਜ਼ਿਆਦਾ ਐਕਟਿਵ ਹੋਇਆ ਹੁੰਦਾ, ਆਪਾਂ ਨੂੰ ਰੋਕ ਸਕਦਾ, ਆਪਾਂ ਨੂੰ ਕਹਿ ਨਹੀਂ ਸਕਦੇ। ਹਾਂਜੀ, ਇੱਕ ਰੈਲੀ 6 ਤਰੀਕ ਨੂੰ ਹੋਰ ਹੋਣੀ ਸੀ ਜੀ, ਮੈਨੂੰ ਉਹਦੇ ਪ੍ਰਬੰਧਕਾਂ ਵੱਲੋਂ ਇਹ ਸੂਚਨਾ ਮਿਲੀ ਸੀਗੀ ਜੀ। ਇਹ ਸ਼ਾਇਦ ਉਹ ਨਹੀਂ ਜਿਹੜੀ ਇੱਕ ਹੋਰ ਅਨਾਉਂਸ ਹੋਈ ਹੈ, ਇੱਕ ਇਸ ਤੋਂ ਪਹਿਲਾਂ ਅਨਾਉਂਸ ਹੋਈ ਸੀ, ਉਹ 6 ਤਰੀਕ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਲੈਜਿਸਲੇਟਿਵ ਬਿਲਡਿੰਗ ਦੇ ਆਲੇ ਦੁਆਲੇ ਕਾਰਾਂ ਵਿੱਚ ਬੈਠ ਕੇ ਡੈਮੋਨਸਟ੍ਰੇਸ਼ਨ ਕਰਨੀ ਜਾਂ ਅਸੀਂ ਡੈਮੋਨਸਟ੍ਰੇਸ਼ਨ ਕਰਨੀ, ਕਾਰ ਰੈਲੀ ਕਰਨੀ ਆ, ਤੇ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਜੇ ਤੁਸੀਂ 5 ਤੋਂ ਜ਼ਿਆਦਾ ਇਕੱਠੇ ਹੋਣੇ ਚਾਹੁੰਦੇ ਤਾਂ 5 ਕਾਰਾਂ ਹੀ ਸਿਰਫ ਆ ਸਕਦੀਆਂ, ਇੱਕ ਕਾਰ ਵਿੱਚ ਸਿਰਫ ਇੱਕ ਬੰਦਾ ਬੈਠ ਸਕਦਾ, ਜੇ ਦੂਸਰਾ ਹੈਗਾ ਤਾਂ ਤੁਹਾਡਾ ਫੈਮਿਲੀ ਮੈਂਬਰ ਹੋ ਸਕਦਾ, ਸੇਮ ਐਡਰੈਸ ਹੋਣਾ ਚਾਹੀਦਾ, ਹਾਂ ਸੇਮ ਫੈਮਿਲੀ ਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਦੋਸਤ ਹੈ, ਇਹੋ ਜਿਹੀ ਗੱਲ ਨਹੀਂ ਕਰ ਸਕਦੇ, ਸਗੋਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਪਰ ਸਾਡਾ ਹੱਕ ਹੈ, ਬੁਨਿਆਦੀ ਹੱਕ ਹੈ ਕਿ ਅਸੀਂ ਆਪਦਾ ਰੋਸ ਜ਼ਾਹਰ ਕਰੀਏ। ਇਹ ਰੋਸ ਜ਼ਾਹਰ ਕਰਦੇ ਜਿਹੜੇ ਤੁਸੀਂ ਲੋਕ ਸਾਡੇ ਵੇਖ ਰਹੇ ਹੋ ਵਿਨੀਪੈਗ ਦੇ ਵਿੱਚ, ਆਉਣ ਵਾਲੇ ਦਿਨਾਂ ਵਿੱਚ ਲਖਵਿੰਦਰ ਜੀ ਜਦੋਂ ਵੀ ਫਿਰ ਕਦੀ ਸਾਡੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ, ਪ੍ਰੋਟੈਸਟ ਕੀਤਾ, ਕੋਈ ਧਰਨਾ ਲਾਇਆ, ਕੋਈ ਰੈਲੀ ਕੀਤੀ, ਕੋਈ ਮੀਟਿੰਗ ਕੀਤੀ, ਜੋ ਵੀ ਗਾਈਡਲਾਈਨਸ ਦੇ ਮੁਤਾਬਕ ਹੋਣੀ ਚਾਹੀਦੀ ਹੈ ਔਰ ਅਸੀਂ ਵਾਇਸ ਆਫ ਇੰਡੀਆ ਵੱਲੋਂ ਉਹਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼। ਬਿਲਕੁਲ, ਮੈਂ ਹੋਰ ਦੱਸਣਾ ਚਾਹੁੰਦਾ ਹੈਗਾ, ਜਿਸ ਤਰ੍ਹਾਂ ਮੈਕਫਲਿਪਸ ਐਂਡ ਲੀਲਾ ਦਾ ਕਾਰਨਰ ਜਿਹੜਾ ਬਿਜ਼ੀ ਕਾਰਨਰ ਗਾਰਡਨ ਸਿਟੀ ਏਰੀਆ ਦਾ ਹੈਗਾ, ਉਸ ਤੋਂ ਇਲਾਵਾ ਆਪਣੇ ਅੱਜ ਜਿਹੜੀਆਂ ਤੁਸੀਂ ਅਗਲੀਆਂ ਤਸਵੀਰਾਂ ਦੇਖੋਗੇ, ਇਹ ਆਪਣੇ ਮੈਪਲ ਕਾਲਜੀਏਟ ਆ ਜਿਹੜਾ ਜੈਫਰਸਨ ਐਂਡ ਐਡਸਮ ਦੇ ਕਾਰਨਰ ਦੇ ਉੱਤੇ ਵੀ ਕੁਝ ਨੌਜਵਾਨ, ਕੁਝ ਮਾਤਾਵਾਂ, ਕੁਝ ਜਿਹੜੇ ਸਟੂਡੈਂਟ ਕੁੜੀਆਂ ਸੀਗੀਆਂ, ਉੱਥੇ ਵੀ ਪੂਰੇ ਉਹ ਰੋਸ ਮੁਜ਼ਾਹਰੇ ਦੇ ਵਿੱਚ ਆਪਣੇ ਤਖਤੀਆਂ ਲੈ ਕੇ ਖੜੇ ਸੀਗੇ। ਤੁਸੀਂ ਦੇਖ ਰਹੇ ਹੋ ਵਾਇਸ ਆਫ ਇੰਡੀਆ, ਮੈਂ ਤੁਹਾਡੇ ਨਾਲ ਵਰਿੰਦਰ ਸਿੰਘ ਪਿੰਡਰ। ਵਾਇਸ ਆਫ ਇੰਡੀਆ ਲਗਾਤਾਰ ਕਿਸਾਨਾਂ ਦੇ ਐਜੀਟੇਸ਼ਨ ਦੀ ਲਗਾਤਾਰ ਕਵਰੇਜ ਕਰ ਰਿਹਾ ਤੇ ਮੈਂ ਅੱਜ ਵਿਨੀਪੈਗ ਸ਼ਹਿਰ ਦੇ ਇੱਕ ਇੰਟਰਸੈਕਸ਼ਨ ਦੇ ਵਿੱਚ ਖੜਾ, ਜੈਫਰਸਨ ਦੇ ਇੰਟਰਸੈਕਸ਼ਨ ਵਿੱਚ, ਜੈਫਰਸਨ ਐਡਸਨ ਦੇ ਇੰਟਰਸੈਕਸ਼ਨ ਵਿੱਚ, ਤੇ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਫਾਰਮਰ ਐਜੀਟੇਸ਼ਨ ਦੇ ਸੰਬੰਧ ਦੇ ਵਿੱਚ ਕੈਨੇਡਾ ਹੀ ਨਹੀਂ, ਅਮਰੀਕਾ, ਇੰਗਲੈਂਡ, ਸਾਰੇ ਕਿੱਥੋਂ ਦੇ ਦੇਸ਼ ਆ ਜਿਹੜੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਖੜੇ। ਤੇ ਆਪਾਂ ਦੇਖ ਸਕਦੇ ਹਾਂ ਇੱਧਰ ਬੱਚੇ ਜਿਹੜੇ ਹੈਗੇ ਆ ਉਹ ਐਜੀਟੇਸ਼ਨ ਕਰ ਰਹੇ ਆ। ਕੀ ਕਹਿਣਾ ਚਾਹੁੰਦੇ ਆ, ਮੋਦੀ ਆਪਣੇ ਅੜੀਅਲ ਰਵੱਈਏ ਤੇ ਅੜਿਆ ਹੋਇਆ, ਕੀ ਉਹ ਆਪਣੇ ਫੈਸਲੇ ਵਾਪਸ ਲਊਗਾ ਕਿ ਨਹੀਂ ਲਊਗਾ? ਉਹਨੂੰ ਲੈਣੇ ਪੈਣਗੇ ਉਸ ਫੈਸਲੇ ਵਾਪਸ, ਕਿਉਂਕਿ ਪੂਰਾ ਪੰਜਾਬ ਤੇ ਪੂਰਾ ਇੰਡੀਆ ਇਕੱਠਾ ਹੋ ਚੁੱਕਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਪ੍ਰੈਸ਼ਰ ਪਏਗਾ ਤੇ ਗੌਰਮੈਂਟ ਵਾਪਸ ਲਏਗੀ। ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਹੈਗੇ ਆ ਇਹ ਜ਼ਿਮੀਂਦਾਰਾਂ ਦੇ ਪਰਿਵਾਰ ਆ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਜਿਹੜੇ ਪਿਓ ਪੁਰਖਾ ਹੈਗੇ ਆ ਉੱਥੇ ਐਜੀਟੇਸ਼ਨ ਦੇ ਵਿੱਚ ਬੈਠੇ ਆ, ਉਹਨਾਂ ਵਾਸਤੇ ਹਾਂ ਦਾ ਨਾਰਾ ਮਾਰ ਰਹੇ ਆ। ਮੇਰੇ ਨਾਲ ਇੱਕ ਸਟੂਡੈਂਟ ਹੋਰ ਆ, ਆਪਾਂ ਇਹਨਾਂ ਤੋਂ ਵੀ ਜਾਣਦੇ ਆ ਕਿ ਇਹਨਾਂ ਦਾ ਕੀ ਵਿਚਾਰ ਹੈ। ਕੀ ਵਿਚਾਰ ਹੈ ਤੁਹਾਡੇ? ਦੱਸ ਜੀ। ਮੋਦੀ ਨੂੰ ਜੀ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਜੀ। ਹੁਣ ਸਾਰਾ ਪੰਜਾਬ, ਹਰਿਆਣਾ ਤੇ ਹੋਰ ਵੀ ਸਟੇਟਾਂ ਇਕੱਠੀਆਂ ਹੋ ਚੁੱਕੀਆਂ ਨੇ ਤੇ ਜੀ ਉਹਨਾਂ ਨੂੰ ਆਪਦੇ ਕਾਲੇ ਕਾਨੂੰਨ ਹੁਣ ਵਾਪਸ ਲੈਣੇ ਪੈਣਗੇ। ਹੁਣ ਸਾਰਾ ਸੰਘਰਸ਼ ਹੋਊਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਵਾਇਸ ਆਫ ਇੰਡੀਆ ਲਗਾਤਾਰ ਜਨਤਾ ਦੀ ਆਵਾਜ਼ ਉਹ ਪਹੁੰਚਾ ਰਿਹਾ ਵਾ। ਅਸੀਂ ਉਹ ਸਰਦਾਰ ਜੀ ਆ ਰਹੇ ਆ, ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਆ ਇਹ ਸਾਰੇ ਆਮ ਜਨਤਾ ਜਿਹੜੀ ਹੈਗੀ ਆ ਉਹ ਇਹਨਾਂ ਦੇ ਵਿਚਾਰ ਨੇ। ਇੰਡੀਆ ਦੇ ਵਿੱਚ ਦੇਖ ਸਕਦੇ ਹਾਂ ਕਿ ਹੁਣ ਜਿਹੜਾ ਫਾਰਮਰ ਐਜੀਟੇਸ਼ਨ ਦਾ ਹੈਗਾ ਉਹ ਜ਼ੋਰਾਂ 'ਤੇ ਆ ਤੇ ਉਹ ਮਤਲਬ
ਕੀ ਤੁਸੀਂ ਚਾਹੁੰਦੇ ਆ ਕਿ ਮੋਦੀ ਦੇ ਕਾਲੇ ਕਾਨੂੰਨ ਆ ਜਿਹੜੇ 3 ਕਾਨੂੰਨ ਤੇ 2 ਜਿਹੜੇ ਹੈਗੇ ਆ ਆਰਡੀਨੈਂਸ ਜਾਰੀ ਕੀਤੇ ਆ ਉਹਨੇ ਕੀ ਉਹ ਵਾਪਸ ਲਊਗਾ ਜਾਂ ਉਹ ਆਪਣੇ ਆਈਡੀਅਲ ਰਵੱਈਏ ਤੇ ਹੀ ਅੜਿਆ ਰਹੂਗਾ? ਇਹ ਵਾਪਸ ਲੈਣੇ ਹੀ ਪੈਣਗੇ, ਨਹੀਂ ਤਾਂ ਜੇ ਉਹ ਵਾਪਸ ਨਾ ਲੈਣ ਤਾਂ ਇਹ ਨਾ ਹੋਵੇ ਵੀ ਤੁਹਾਨੂੰ ਕਿਸਾਨ ਆਪਣਾ ਮੁੱਦਾ ਚੱਕਣ ਤੇ ਉਹਨਾਂ ਨੂੰ ਪ੍ਰੋਬਲਮ ਆਵੇ। ਇਹ ਵੀ ਚਾਹੁੰਦੇ ਨੇ ਕਿ ਸਰਕਾਰ ਨੂੰ ਇਹ ਕੱਲ੍ਹ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਉਹਨਾਂ ਨੂੰ ਸਾਡੇ ਵਜ੍ਹਾ ਕਰਕੇ, ਠੀਕ ਹੈ, ਪਰ ਉਹਨਾਂ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ। ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਲਗਾਤਾਰ ਇੰਡੀਆ ਦਾ ਜਿਹੜਾ ਨੈਸ਼ਨਲ ਮੀਡੀਆ ਹੈਗਾ ਉਹ ਇਹ ਕਵਰੇਜ ਕਰਨ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ। ਕੀ ਤੁਹਾਨੂੰ ਲੱਗਦਾ ਭਾਜੀ ਕਿ ਜਿਹੜਾ ਗੋਦੀ ਮੀਡੀਆ ਹੈਗਾ ਉਹਨੂੰ ਇਹ ਐਜੀਟੇਸ਼ਨ ਨੂੰ ਉਭਾਰ ਕੇ ਲਿਆਉਣਾ ਚਾਹੀਦਾ? ਬਿਲਕੁਲ ਜੀ, ਗੋਦੀ ਮੀਡੀਆ ਜਿਹੜਾ ਮੀਡੀਆ ਹੈਗਾ, ਅਸਲ ਤਾਂ ਮੀਡੀਆ ਅਸੀਂ ਗੋਦੀ ਮੀਡੀਆ ਤਾਂ ਕਹਿੰਦੇ ਹਾਂ ਕਿ ਉਹ ਗੋਦੀ ਵਿੱਚ ਬੈਠਾ ਸਰਕਾਰ ਦੀ ਉਹ ਆਪਣਾ ਕੰਮ ਨਹੀਂ ਕਰ ਰਿਹਾ ਜਿਹੜਾ ਕੁਝ ਕਰਨਾ ਚਾਹੁੰਦਾ ਹੈ। ਸਾਰੇ ਦੇ ਸਾਰੇ ਚੈਨਲ ਆ ਜਿਹੜੇ ਨੈਸ਼ਨਲ ਚੈਨਲ ਆ ਇੰਡੀਆ ਦੇ ਉਹ ਕਹਿ ਰਹੇ ਆ ਕਿ ਇਹ ਸਾਰੇ ਅੱਤਵਾਦੀ ਆ, ਇਹ ਨਸਲਵਾਦੀ ਆ। ਕੀ ਆਪਾਂ ਨੂੰ ਲੱਗਦਾ ਕਿ ਜਿਹੜੇ ਉੱਥੇ ਮਾਵਾਂ ਭੈਣਾਂ ਭਰਾ ਬੈਠੇ ਆ ਉਹ ਸਾਰੇ ਅੱਤਵਾਦੀ ਆ, ਉਹ ਨਸਲਵਾਦੀ ਆ? ਕੀ ਉਹ AK-47 ਲਈ ਬੈਠੇ ਆ? ਉਹ ਕੀ ਕਿਸੇ ਨੂੰ ਆਪਣਾ ਸ਼ਾਂਤੀਪੂਰਵਕ ਪ੍ਰੋਟੈਸਟ ਕਰਨ ਦਾ ਕੋਈ ਹੱਕ ਨਹੀਂ? ਬਿਲਕੁਲ ਜੀ, ਜਿਹੜਾ ਪ੍ਰੋਟੈਸਟ ਹੈ ਬਿਲਕੁਲ ਸ਼ਾਂਤੀਪੂਰਵਕ ਲੋਕਾਂ ਦੀ ਸੁਵਿਧਾ ਦਾ ਵੀ ਪੂਰਾ ਧਿਆਨ ਰੱਖ ਰਹੇ, ਕਿਸੇ ਨੂੰ ਤੰਗ ਨਹੀਂ ਕਰ ਰਹੇ, ਫਿਰ ਆਪਣਾ ਪ੍ਰੋਟੈਸਟ ਕਰ ਰਿਹਾ ਜਿਹੜਾ ਕਿ ਸਰਕਾਰ ਨੂੰ ਸੁਣਨਾ ਚਾਹੀਦਾ ਕਿ ਜਿਹੜਾ ਕਿ ਸਰਕਾਰ ਡਿਲੇ ਕਰ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿੰਨਾ ਕੁ ਜਿਹੜਾ ਲੰਬਾ ਸਮਾਂ ਹੋ ਰਿਹਾ ਇਹ ਐਜੀਟੇਸ਼ਨ ਵੱਧ ਰਿਹਾ ਵਾ ਇਹ ਕਿਸਾਨਾਂ ਦੇ ਹੱਕ 'ਚ ਹੋ ਸਕਦਾ ਕਿ ਕਿਸਾਨਾਂ ਦੇ ਨੁਕਸਾਨ 'ਚ ਹੋ ਸਕਦਾ? ਨਹੀਂ, ਇਹਦੇ ਵਿੱਚ ਕਿਸਾਨਾਂ ਨੂੰ ਹੋਰ ਹੁੰਗਾਰਾ ਜ਼ਿਆਦਾ ਮਿਲੂਗਾ ਤਾਂ ਕਿ ਦੇਖਿਆ ਜਾ ਰਿਹਾ ਕਿਸਾਨ ਹੀ ਨਹੀਂ ਜਾ ਕੇ ਨਾਰਮਲ ਪੀਪਲ ਵੀ ਉਹਦੇ ਵਿੱਚ ਸ਼ਿਰਕਤ ਕਰਨ ਲੱਗ ਪਏ ਆ। ਹੁਣ ਜਾ ਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਵਾਸਤੇ ਕਰ ਰਹੇ ਨਾ ਕਿ ਸਾਡੇ ਵਾਸਤੇ ਕਰ ਰਹੇ। ਤੁਸੀਂ ਦੇਖਦੇ ਹੋ ਕਿ ਪਹਿਲਾਂ ਇਹ ਇਕੱਲੇ ਪੰਜਾਬ ਦਾ ਕਹਿ ਰਹੇ ਸੀ ਲੋਕ ਕਿ ਇਹ ਪੰਜਾਬ ਦੇ ਕਿਸਾਨ ਹੀ ਇਕੱਲੇ ਬੈਠੇ ਆ। ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਗੁਆਂਢੀ ਰਾਜ ਵੀ ਜਿਹੜੇ ਸਾਰੇ ਹੈਗੇ ਆ, ਚਾਹੇ ਉਹ ਹਰਿਆਣਾ, ਚਾਹੇ ਉਹ ਰਾਜਸਥਾਨ, ਈਵਨ ਦੈਟ UP ਬਿਹਾਰ ਵਾਲੇ ਵੀ ਆ ਕੇ ਖੜ ਚੁੱਕੇ ਆ। ਕੀ ਇਹ ਲੱਗਦਾ ਨਹੀਂ ਕਿ ਮੋਦੀ ਦੀ ਸੰਘੀ ਨੂੰ ਘੁੱਟਿਆ ਜਾ ਰਿਹਾ? ਬਿਲਕੁਲ ਜੀ, ਜਿਸ ਤਰ੍ਹਾਂ ਹੁੰਗਾਰਾ ਮਿਲ ਰਿਹਾ ਇਹਨੂੰ ਈਵਨ ਹੁਣ ਤਾਂ ਇੰਡੀਆ ਲੈਵਲ 'ਤੇ ਮਿਲ ਰਿਹਾ ਪਰ ਵਰਲਡ ਲੈਵਲ 'ਤੇ ਵੀ ਮਿਲੂਗਾ ਔਰ ਇਹਨਾਂ ਵਾਸਤੇ ਸਰਕਾਰ ਵਾਸਤੇ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੋ ਜਾਊਗਾ ਤੇ ਸਰਕਾਰ ਨੂੰ ਕੋਈ ਨਾ ਕੋਈ ਕਦਮ ਚੁੱਕਣਾ ਹੀ ਪੈਣਾ। ਤੁਸੀਂ ਦੇਖ ਸਕਦੇ ਹੋ ਕਿ ਇਕੱਲਾ ਇੰਡੀਆ ਦਾ ਐਜੀਟੇਸ਼ਨ ਨਹੀਂ ਰਹਿ ਗਿਆ, ਵਿਦੇਸ਼ਾਂ ਦੇ ਵਿੱਚ ਵੀ ਅਸੀਂ ਕੈਨੇਡਾ ਦੀ ਧਰਤੀ ਤੇ ਵਿਨੀਪੈਗ ਸ਼ਹਿਰ ਦੇ ਵਿੱਚ ਖੜੇ ਹੋਏ ਆ। ਇੱਥੇ ਵੀ ਉਹ ਤੁਸੀਂ ਸਾਰੀਆਂ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਸਾਹਮਣੀਆਂ ਤਸਵੀਰਾਂ ਲਗਾਤਾਰ ਲਾਈਵ ਦਿਖਾਉਣ ਕਿ ਉਹ ਸਾਹਮਣੇ ਜਿਹੜੇ ਵਿਦਿਆਰਥੀ ਆ ਜਾਂ ਲੋਕ ਆ ਇੱਥੋਂ ਦੇ ਉਹ ਲਗਾਤਾਰ ਐਜੀਟੇਸ਼ਨ ਕਰਕੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਖੜੇ ਹੋਏ ਆ। ਤੇ ਆਉਣ ਜਾਣ ਵਾਲੇ ਜੋ ਰਾਹਗੀਰ ਹੈਗੇ ਆ, ਆਉਣ ਜਾਣ ਵਾਲੇ ਜਿਹੜੇ ਰਾਹਗੀਰ ਆ ਉਹ ਆਪਣਾ ਜਿਹੜਾ ਇਸ ਧਰਨੇ ਨੂੰ ਹਮਾਇਤ ਦੇ ਰਹੇ ਆ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਹਾਰਨ ਨੂੰ ਵਜਾ ਕੇ ਜਿਹੜਾ ਆਪਣਾ ਸਮਰਥਨ ਦਿੱਤਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਵਾਇਸ ਆਫ ਇੰਡੀਆ ਜਿਹੜਾ ਉਹ ਲਾਈਵ ਕਵਰੇਜ ਦਿਖਾ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਹਮਣੇ ਦੀਆਂ ਤਸਵੀਰਾਂ ਦਿਖਾਈਆਂ ਜਾਣ ਪਲੀਜ਼। ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜਾ ਵਾਇਸ ਆਫ ਇੰਡੀਆ ਲਗਾਤਾਰ ਕਵਰੇਜ ਕਰ ਰਿਹਾ। ਇੱਥੇ ਗੱਡੀਆਂ ਆ ਰਹੀਆਂ, ਹਾਰਨ ਮਾਰ ਰਹੇ ਆ। ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੀਆਂ ਉਹ ਗੱਡੀਆਂ ਆ ਰਹੀਆਂ, ਗੱਡੀਆਂ ਹਾਰਨ ਮਾਰ ਰਹੀਆਂ, ਉਹ ਸਾਹਮਣੇ ਟੈਕਸੀਆਂ ਤੇ ਖੜੇ ਹੋਏ ਆ। ਇੱਧਰ ਵੀ ਸਾਡੀ ਭੈਣ ਇੱਕ, ਅਸੀਂ ਇਹਨਾਂ ਨਾਲ ਗੱਲ ਕਰਾਂਗੇ। ਕੀ ਚਾਹੁੰਦੇ ਹੋ ਤੁਸੀਂ ਕਿ ਜਿਹੜਾ ਮੋਦੀ ਮੀਡੀਆ ਹੈਗਾ, ਮੋਦੀ ਮੀਡੀਆ ਜਿਹਨੂੰ ਕਹਿੰਦੇ ਆ, ਉਹ ਲਗਾਤਾਰ ਕਵਰੇਜ ਨਹੀਂ ਦਿਖਾ ਰਿਹਾ? ਕੀ ਉਹਨਾਂ ਨੂੰ ਦਿਖਾਉਣੀ ਚਾਹੀਦੀ ਆ? ਸੱਚ ਨੂੰ ਸੱਚ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ? ਇੱਕ ਨਵੀਂ ਜਿਹੜੀ ਸਟੇਟਮੈਂਟ ਆ ਕੰਗਣਾ ਰਣੌਤ ਵੱਲੋਂ ਲਗਾਤਾਰ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕੀਤੀ ਜਾ ਰਹੀ ਆ ਕਿ ਸਾਰੀਆਂ ਜਿਹੜੇ ਉੱਥੇ ਬੰਦੇ ਜਾਂ ਲੇਡੀਜ਼ 80 ਸਾਲ ਦੀ ਉਮਰ ਤੋਂ ਜ਼ਿਆਦਾ ਉਸ ਐਜੀਟੇਸ਼ਨ ਦੇ ਵਿੱਚ ਪਹੁੰਚ ਰਹੇ ਆ। ਕੀ ਉਹ 100 ਰੁਪਏ ਤੇ ਵਿਕੇ ਹੋਏ ਆ? ਉਹ ਆਪਣੇ ਹੱਕਾਂ ਲਈ ਜਾ ਰਹੇ ਆ ਜੀ। ਹੁਣ 80 ਸਾਲ ਦਾ ਬਜ਼ੁਰਗ ਜਿਹੜਾ ਜਾ ਰਿਹਾ ਉਹ 100 ਰੁਪਏ ਤੇ ਤਾਂ ਨਹੀਂ ਜਾ ਰਿਹਾ ਹੋਊਗਾ, ਰਾਈਟ? ਉਹਨਾਂ ਨੇ ਆਪਣੀ ਸਾਰੀ ਉਮਰ ਕੱਢੀ ਹੈਗੀ ਉੱਥੇ ਤੇ ਉਹ ਜ਼ਮੀਨਾਂ ਦੇ ਸਿਰ ਤੇ ਕੱਢੀ ਹੈ ਵੀ ਉਹ ਆਪਣਾ ਹੱਕ ਲੈਣ ਆਪਣੀ ਜਨਰੇਸ਼ਨ ਲਈ ਜਾ ਰਹੇ ਆ ਤਾਂ ਕਿ ਸਾਡੀ ਆਉਣ ਵਾਲੀ ਤੁਸੀਂ ਲਗਾਤਾਰ ਵਿਨੀਪੈਗ ਦੀਆਂ ਗਲੀ ਅਸੀਂ ਸਾਡੀ ਕਵਰੇਜ ਅਸੀਂ ਇਸ ਐਜੀਟੇਸ਼ਨ ਨੂੰ ਹੰਗਾਰਾ ਦੇਣ ਦੇ ਲਈ
ਅਸੀਂ ਲਗਾਤਾਰ ਵਿਨੀਪੈਗ ਦੀਆਂ ਸ਼ਹਿਰ ਦੇ ਵਿੱਚ ਕਵਰੇਜ ਕਰ ਰਹੇ ਹਾਂ। ਮੇਰੇ ਨਾਲ ਇੱਕ ਹੋਰ ਵਿਦਿਆਰਥੀ ਆ, ਪਲੀਜ਼ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਦੇ ਸਲੋਗਨ ਨੂੰ ਦਿਖਾਇਆ ਜਾਵੇ। ਆਹ ਦੇਖੋ ਲਗਾਤਾਰ ਹਾਰਨ ਮਾਰ ਕੇ ਇਸ ਪ੍ਰੋਟੈਸਟ ਨੂੰ ਜਿਹੜਾ ਹੁਲਾਰਾ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆਪਣੀ ਸਹਿਮਤੀ ਪ੍ਰਗਟਾਈ ਜਾਂਦੀ ਹੈ ਹਾਰਨ ਮਾਰ ਕੇ। ਆਹ ਮੈਂ ਵਿਦਿਆਰਥੀ ਇੱਕ ਸਾਡੇ ਨਾਲ ਹੈ, ਮੈਂ ਇਹਨਾਂ ਦੇ ਵਿਚਾਰ ਜਾਣਨ ਦੇ ਲਈ ਮੈਂ ਇਹਨਾਂ ਨੂੰ ਕਹੂੰਗਾ ਕਿ ਕੁਝ ਦੋ ਸ਼ਬਦ ਆ ਜਿਹੜੇ ਸਾਡੇ ਉੱਥੇ ਪਰਿਵਾਰ ਆ ਜਿਹੜੇ ਉੱਥੇ ਬੈਠੇ ਹੋਏ ਆ ਐਜੀਟੇਸ਼ਨ ਤੇ, ਉਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਦੋ ਸ਼ਬਦ ਕਹੋ। ਤੁਸੀਂ ਦੇਖ ਸਕਦੇ ਆ ਕਿ ਇਹ ਸਾਰੇ ਜਿਹੜੇ ਹੈਗੇ ਆਪਣੇ ਜ਼ਿਮੀਂਦਾਰਾਂ ਦੇ ਪਰਿਵਾਰ ਪੰਜਾਬ ਤੋਂ, ਕੋਈ ਹਰਿਆਣਾ ਤੋਂ, ਕੋਈ ਹਿਮਾਚਲ ਤੋਂ, ਕੋਈ ਯੂਪੀ ਤੋਂ, ਸਾਰੇ ਇਕੱਠ ਹੈ ਇੱਥੇ। ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਸੋ ਕੈਮਰਾਮੈਨ ਲਖਵਿੰਦਰ ਜੀ ਦੇ ਨਾਲ ਮੈਂ ਵਰਿੰਦਰ ਭਿੰਡਰ, ਵਿਨੀਪੈਗ, ਵੌਇਸ ਆਫ ਇੰਡੀਆ। ਦੇਖ ਰਹੇ ਹੋ ਵੌਇਸ ਆਫ ਇੰਡੀਆ। ਇਸ ਟਾਈਮ ਅਸੀਂ ਖੜਿਆ ਵਿਨੀਪੈਗ ਕੈਨੇਡਾ ਦੇ ਜੈਫਰਸਨ ਐਂਡ ਐਡਸਮ ਦੇ ਕਾਰਨਰ ਤੇ, ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਕਾਲਜ ਹੈਗਾ ਮੈਪਲ ਕਾਲਜੀਏਟ। ਇਹ ਉਹ ਕਾਰਨਰ ਆ ਜਿੱਥੇ ਇੱਥੇ ਵੀ ਕੁਝ ਨੌਜਵਾਨ ਨੇ ਜਿਹੜੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਹੋ ਰਹੇ ਜਿਹੜੇ ਕਿਸਾਨ ਵਿਰੋਧੀ ਰੋਸ ਮੁਜ਼ਾਹਰੇ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਇੱਥੇ ਵੀ ਕੁਝ ਨੌਜਵਾਨ ਖੜੇ ਨੇ। ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਕਿਸਾਨ ਵਿਰੋਧੀ ਜਿਹੜੀਆਂ ਨੀਤੀਆਂ ਨੇ ਸਰਕਾਰ ਦੁਆਰਾ ਲਾਗੂ ਕੀਤੀਆਂ ਨੇ ਵੀ ਉਹ ਕਿੰਨੀਆਂ ਕਿਸਾਨਾਂ ਦੇ ਵਿਰੁੱਧ ਨੇ। ਦੇਖੋ ਇਸ ਨੌਜਵਾਨ ਨੇ, ਤੁਸੀਂ ਦੇਖੋ ਪਹਿਲਾਂ ਇਹਦੇ ਵਿੱਚ ਲਿਖਿਆ, ਵਹਿਮ 'ਚ ਨਾ ਰਹੋ ਕਿ ਲੜਾਈ ਇਕੱਲੇ ਕਿਸਾਨਾਂ ਦੀ ਹੈ, ਜੇ ਰੋਟੀ ਖਾ ਕੇ ਸੌਂਦਾ ਤਾਂ ਲੜਾਈ ਹਰ ਉਸ ਇਨਸਾਨ ਦੀ ਹੈ। ਜਿਹੜਾ ਵੀ ਬੰਦਾ ਰੋਟੀ ਖਾਂਦਾ ਉਹਦੀ ਇਹ ਲੜਾਈ ਆ। ਸਾਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ। ਸ਼ੇਮ ਔਨ ਇੰਡੀਅਨ ਗਵਰਨਮੈਂਟ, ਫਾਰਮਰ ਪ੍ਰੋਟੈਸਟ, ਵੀ ਆਰ ਵਿਦ ਫਾਰਮਰ। ਕੀ ਕਹਿਣਾ ਚਾਹੋਗੇ? ਇਹ ਜੋ ਬਿੱਲ ਪਾਸ ਕੀਤੇ ਨੇ ਮੋਦੀ ਗਵਰਨਮੈਂਟ ਨੇ, ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਹਾਂ। ਵੀ ਸਟੈਂਡ ਵਿਦ ਅਵਰ ਇਹ ਇਕੱਲੇ ਪੰਜਾਬੀਆਂ ਦੀ ਨਹੀਂ, ਇਹ ਪੂਰੇ ਆਪਣੇ ਭਾਰਤ ਦੇ ਕਿਸਾਨਾਂ ਲਈ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਸਾਰੇ ਕਿਸਾਨਾਂ ਦੀ ਗੱਲ ਮੰਨੀ ਜਾਵੇ ਅਤੇ ਆਪਣੇ ਬਿੱਲ ਵਾਪਸ ਲਿਆਏ ਜਾਵੇ। ਜਿਸ ਤਰ੍ਹਾਂ ਮਤਲਬ ਹਰਿਆਣਾ ਦੀ ਸਰਕਾਰ ਨੇ ਕਿੰਨੇ ਅੜਿੱਕੇ ਲਾਏ ਨੇ ਉੱਥੇ ਵੀ ਪੰਜਾਬ ਦੇ ਜਿਹੜੇ ਕਿਸਾਨ ਨੇ ਉੱਥੇ ਨਾ ਪਹੁੰਚ ਸਕਣ। ਜਿਵੇਂ ਉਹਨਾਂ ਨੇ ਉੱਥੇ ਸੜਕਾਂ ਖੁੱਦੀਆਂ ਨੇ, ਉਹ ਇੱਦਾਂ ਨਹੀਂ ਲੱਗ ਰਿਹਾ ਸੀ ਵੀ ਜਿਵੇਂ ਕਿਸੇ ਬਾਰਡਰ ਦੇ ਉੱਤੇ ਹੋਵੇ। That's why it's written that we came on Indian government. That is just for the violence they do it with the farmers. We came for the peaceful protest. There was nothing like they are doing anything wrong. And their human right, they can protect for their right. ਬਿਲਕੁਲ ਸਾਨੂੰ ਸ਼ਾਂਤਮਈ ਮੁਜ਼ਾਹਰੇ ਕਰਨ ਦੇ ਹੱਕ ਨੇ, ਕਿਉਂਕਿ ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਵਿੱਚ ਰਹਿੰਦੇ ਹਾਂ। ਮੇਰੇ ਨਾਲ ਕੁਛ ਇੱਧਰ ਹੋਰ ਵੀ ਸਟੂਡੈਂਟ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹਨਾਂ ਨੇ ਲਿਖਿਆ ਸਪੀਕ ਆਵਰ ਫਾਰਮਰ, ਸਪੀਕ ਅਪ ਫॉर ਆਵਰ ਫਾਰਮਰਸ। All we can say is like this is the least we can do to support our farmers. Like ਆਪਾਂ ਇੰਡੀਆ ਤੋਂ ਇੱਥੇ ਆਏ ਆ, ਆਪਾਂ ਹੁਣ ਵਾਪਸ ਨਹੀਂ ਜਾ ਸਕਦੇ, you know, but like this is the least we can do. Hashtags use ਕਰੋ, support farmers on every social media platform, like in your own way. That's all I can say. Okay. They feed us. We can't really just let them be in the situation, you know. They need our support, like from everywhere around the world. ਉਹਨਾਂ ਨੂੰ ਸਾਡੀ support ਚਾਹੀਦੀ ਆ. This is a time like ਆਪਾਂ government ਨੂੰ ਦੱਸ ਸਕਦੇ ਆ, like they can't just make rules and get away with it, you know. Especially the ones ਜਿਹੜੇ ਅੰਨਦਾਤਾ ਨੂੰ ਮਾਰਦੇ ਆ. This is not right. ਬਿਲਕੁਲ ਅੰਨਦਾਤਾ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਭਾਰਤ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ? We have right to protest, right? So we are Indians. So here Indians, ਅਸੀਂ farmers ਲਈ ਖੜੇ ਹਾਂ ਤੇ ਜੇ ਜਿੱਦਾਂ ਦੇ ਰੂਲਸ ਆ ਰਹੇ, ਜਿੱਦਾਂ ਦੇ ਉਹਨਾਂ ਨੇ ਲਾਅ ਬਣਾਏ, ਅਸੀਂ ਚਾਹੁੰਦੇ ਹਾਂ ਕਿ ਉਹ ਲਾਅ ਆਉਣ ਤੇ ਸਾਡੇ ਹੀ ਮਾਂ-ਬਾਪ ਨੇ ਜੇ ਉੱਥੇ ਖੜੇ ਨੇ ਤਾਂ ਅਸੀਂ ਉਹਨਾਂ ਦੀ ਸਪੋਰਟ ਲਈ ਆਪਾਂ ਇੱਥੇ ਖੜੇ ਹਾਂ। Yeah, exactly. ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵਿਨੀਪੈਗ ਦੇ ਅੱਜ ਵੱਖਰੇ ਏਰੀਆ ਦੇ ਵਿੱਚ ਨੇ ਜਿਹੜੇ ਪ੍ਰੋਟੈਸਟ ਨੇ ਜਿਹੜੇ ਹੋ ਰਹੇ ਨੇ। ਵੈਸੇ ਪੂਰੇ ਕੈਨੇਡਾ ਦੇ ਵਿੱਚ ਵੀ ਕਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਇੱਥੇ ਵੀ ਇੱਕ ਸਟੂਡੈਂਟ ਖੜੇ ਨੇ। ਕੀ ਕਹਿਣਾ ਚਾਹੋਗੇ? ਕਹਿਣਾ ਭਾਜੀ ਕੀ ਕਹਿੰਦੇ ਬਸ ਆਹੀ ਹੈ ਵੀ ਬਣਾ ਕੇ ਇਹਨਾਂ ਨੇ ਬੰਦ ਹੀ ਕਰਤਾ ਸਾਰਾ ਕੁਛ। ਬਿਲਕੁਲ ਜੀ, ਇਹਨਾਂ ਨੇ ਲਿਖਿਆ ਹੈਗਾ ਵੀ ਆਰ ਫਾਰਮਰ ਨਾਟ ਟੈਰਰਿਸਟ। ਕੁਛ ਜਿਹੜੇ ਮਤਲਬ ਲੋਕ ਸਮਝਦੇ ਨੇ ਜਿਹੜੇ ਉੱਥੇ ਸਰਕਾਰੀ ਤੰਤਰ ਹੈਗਾ ਜਾਂ ਜਿਹੜੇ ਚੁਣੇ ਨੁਮਾਇੰਦੇ ਨੇ, ਪਹਿਲਾਂ ਆਪਾਂ ਉਹਨਾਂ ਨੂੰ ਵੋਟਾਂ ਪਾਉਣੇ ਆ, ਫਿਰ ਆਪਾਂ ਨੂੰ ਲੁੱਟਦੇ ਨੇ ਤੇ ਕੁੱਟਦੇ ਨੇ। ਜੇ ਅਨਪੜ੍ਹ ਨੇ ਉਹਨਾਂ ਨੂੰ ਕਾਹਦੀ ਅਕਲ ਆ, ਹੈ ਨਾ। ਉਹਨਾਂ ਨੇ ਤਾਂ ਬਸ ਐਸ਼ ਹੀ ਕਰਨੀ ਹੈ ਪੈਸਾ ਦੇ ਕੇ ਉਹਨਾਂ ਨੂੰ, ਠੀਕ ਹੈ। ਪੜ੍ਹੇ ਲਿਖਿਆਂ ਨੂੰ ਬਣਾਉਣ ਤਾਂ ਕਿ ਅੱਗੇ ਦੇਸ਼ ਦਾ ਵੀ ਸੁਧਾਰ ਕਰਨ ਉਹ, ਹੈ ਨਾ।
ਨਹੀਂ ਇੱਦਾਂ ਹੀ ਚੱਲਦੀ ਜਾਣਾ ਜੇ ਇਹਨਾਂ ਨੇ ਇੱਦਾਂ ਹੀ ਬਣਾਉਂਦੇ ਰਹੇ ਅਨਪੜ੍ਹ ਲੋਕਾਂ ਨੂੰ ਨਾ। ਜੀ ਹਾਂਜੀ ਬਸ ਇੱਧਰ ਵੀ ਆਪਣੇ ਇੱਕ ਨੌਜਵਾਨ ਵੀਰ ਖੜੇ ਨੇ, ਨੋ ਫਾਰਮਰ ਨੋ ਫੂਡ, ਸਪੋਰਟ ਇੰਡੀਅਨ ਫਾਰਮਰ। ਭਾਈ ਤੁਸੀਂ ਵੱਡੇ ਜਣਿਆਂ ਤੋਂ ਪੁੱਛੋ। ਨਹੀਂ ਕੋਈ ਗੱਲ ਨਹੀਂ, ਤੁਸੀਂ ਬੋਲੋ ਇਹ ਜੀ ਗੱਲ ਸਾਰਾ ਕੋਲੇ। ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਅੱਜ ਫੈਸਲਾ ਲਿੱਤਾ ਜਾਵੇ ਇੰਡੀਆ 'ਚ ਉਹ ਸਾਡੇ ਪੱਖ 'ਚ ਹੀ ਹੋਵੇ ਤੇ ਇਹ ਜ਼ਿਆਦਾ ਵਧੀਆ ਰਹੂਗਾ। ਨਾਲੇ ਸਾਰਿਆਂ ਨੂੰ ਪਤਾ ਵੀ MSP ਹਟਾ ਕੇ ਕੋਈ ਫਾਇਦਾ ਨਹੀਂ। ਮੈਂ ਤਾਂ ਇਹੀ ਕਹਿਣਾ ਵੀ ਜਿਹੜਾ ਅੱਜ ਜਿੱਥੇ ਵੀ ਜਥੇਬੰਦੀਆਂ ਬੈਠਣਗੀਆਂ ਤੇ ਉਹ ਸਾਡੇ ਪੱਖ 'ਚ ਹੀ ਫੈਸਲਾ ਲੈਣ। ਹੁਣ ਸਾਰੇ ਅੱਜ ਜੋ ਵੀ ਅੱਜ ਸਪੀਚ ਹੋਣੀ ਆ, ਜੋ ਵੀ ਹੋਣਾ ਅੱਜ, ਤੇ ਅਸੀਂ ਤਾਂ ਇਹੀ ਵਿਸ਼ ਕਰਦੇ ਹਾਂ ਵੀ ਹਾਂ ਸਾਡੇ ਪੱਖ 'ਚ ਆਵੇ ਫੈਸਲਾ। ਬਿਲਕੁਲ ਹਰ ਇੱਕ ਨੌਜਵਾਨ ਦੇ, ਹਰ ਇੱਕ ਦੇ ਦਿਲ ਦੇ ਵਿੱਚ ਇਹੀ ਆਸ ਆ ਕਿ ਭਾਰਤੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੇ ਮੂਹਰੇ ਝੁਕੇ ਤੇ ਕਿਸਾਨ ਵੀਰ ਜਿਹੜੇ ਉੱਥੇ ਇੰਨੀ ਠੰਡ ਦੇ ਵਿੱਚ ਬੈਠੇ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਕੋਲ ਜਾਣ। ਕੀ ਕਹਿਣਾ ਚਾਹੁੰਦੇ? ਦੇਖੋ ਜੀ, ਆਪਾਂ ਤਾਂ ਇਹੀ ਕਹਿੰਦੇ ਵੀ ਜਿਹੜੀ ਮੋਦੀ ਸਰਕਾਰ ਹੈ ਜੀ, ਇਹਨੂੰ ਠੱਲ ਪਾਉਣ ਵਾਸਤੇ ਹਰੇਕ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਨੂੰ ਇਹ ਅਪੀਲ ਹੈ ਵੀ ਭਰਾਵੋ ਸੜਕਾਂ 'ਤੇ ਆ ਜਾਓ, ਇਹ ਮੋਦੀ ਸਰਕਾਰ ਦੀ ਜੜੋਂ ਪੁੱਟ ਸਕੀ। ਬਿਲਕੁਲ ਜੀ, ਇੱਧਰ ਵੀ ਆਪਣੇ ਖੜੇ ਨੇ ਕਰਕੇ ਤੁਹਾਨੂੰ ਜਾਓ। ਵੈਸੇ ਤੇ ਕੈਨੇਡਾ ਦੇ ਵਿੱਚ ਰੂਲ ਹੈਗਾ ਕਿਸੇ ਨੇ ਕਿਸੇ ਨੂੰ ਸਪੋਰਟ ਕਰਨੀ ਆ, ਜੇ ਇਸ ਤਰ੍ਹਾਂ ਦੇ ਰੋਸ ਮੁਜ਼ਾਹਰੇ ਕਰਦੇ ਨੇ ਤਾਂ ਹੌਂਕ ਕਰਕੇ ਮਤਲਬ ਹਾਰਨ ਵਜਾ ਕੇ ਉਹ ਦੱਸਦੇ ਨੇ, ਆਪਣਾ ਰੋਸ ਮੁਜ਼ਾਹਰਾ ਦਰਜ ਕਰਦੇ ਨੇ। ਕੀ ਕਹਿਣਾ ਚਾਹੁੰਦੇ? ਇੰਡੀਅਨ ਗਵਰਨਮੈਂਟ ਨੇ ਜੋ ਇਹ 5 ਕਾਨੂੰਨ ਸਾਡੇ ਤੇ ਥੋਪੇ ਨੇ ਸਾਡੇ ਕਿਸਾਨਾਂ ਤੇ, ਪੰਜਾਬ ਔਰ ਹਰਿਆਣਾ ਦੇ ਕਿਸਾਨਾਂ ਤੇ, ਇਹਨਾਂ ਨੂੰ ਰੱਦ ਕਰਨਾ ਚਾਹੀਦਾ। ਅਸੀਂ ਇਹਨਾਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਬਿਲਕੁਲ, ਅਸੀਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਮੇਨ ਇੰਟਰਸੈਕਸ਼ਨ ਇਹ ਵੀ ਹੈਗਾ ਜਿੱਥੇ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਇਹ ਜੈਫਰਸਨ ਐਂਡ ਐਡਸਨ ਦਾ ਹੈਗਾ। ਇਹਦੇ ਮੇਰੇ ਸੱਜੇ ਹੱਥ ਕੈਮਰਾਮੈਨ ਨੂੰ ਕਹੂੰਗਾ ਇੱਧਰਲੇ ਪਾਸੇ ਕਾਲਜ ਆ ਜਿੱਥੇ ਪੰਜਾਬੀ ਕਮਿਊਨਿਟੀ ਦੇ ਤੇ ਹੋਰ ਕਮਿਊਨਿਟੀ ਦੇ ਸਟੂਡੈਂਟਸ ਵੀ ਪੜ੍ਹਦੇ ਨੇ। ਮੇਰੇ ਨਾਲ ਇੱਧਰ ਕੁਛ ਮਾਤਾਵਾਂ ਵੀ ਖੜੀਆਂ ਨੇ, ਇਹਨਾਂ ਨੂੰ ਵੀ ਪੁੱਛਦਾ ਵੀ ਕੀ ਕਹਿਣਾ ਚਾਹੋਗੇ, ਤੁਸੀਂ ਕੀ ਕਹਿਣਾ ਚਾਹੋਗੇ ਜੀ? We support Indian farmers. No farmers, no food. We really support the cause and we appreciate वो लोग जो भी कर रहे हैं वहाँ पे and we stand for them as Indo-Canadians. ਕੀ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਉੱਥੇ BJP ਸਰਕਾਰ ਕਹਿ ਰਹੀ ਹੈ ਵੀ ਇਹ ਕਾਂਗਰਸ ਸਰਕਾਰ ਦੁਆਰਾ ਕੀਤਾ ਜਾ ਰਿਹਾ ਜਾਂ ਇਹ ਟੈਰਰਿਸਟ ਨੇ? I think it's जो मुद्दा है it's about farmers and their rights. They should not be politicized. ये एक गरीब किसान के बारे में है, इनको अलग अलग धर्म और इन सब के बारे में बना के इस इशू को हमें ख़त्म नहीं करना चाहिए। It's about the farmers, nothing else. ਤੁਸੀਂ ਕੀ ਕਹਿਣਾ ਚਾਹੋਗੇ? मैं बिल्कुल, मेरी सबसे ये रिक्वेस्ट है, जो मेन मुद्दा है फार्मर्स को हेल्प करना है ऑल ऑफ द वर्ल्ड ने, ऑल ऑफ कंट्री ने। ये कोई हिंदू, कोई टेररिस्ट, कोई खालिस्तान, ये ऐसे नॉनसेंस टॉपिक लेके उन फार्मर्स की तपस्या को ख़राब ना किया जाए। वो जो करना चाहते हैं वो इस देश को एक डेवलप करना चाहते हैं। जो मोदी सरकार कर रही है, उनकी जो पॉलिसीज़ हैं अगर वो उनके हित में नहीं है तो हम सबको बीइंग ए ह्यूमन बीइंग, being a Indo-Canadian, being a Indian, being a Punjabi, being a Rajasthani, being a Marathi, like all over the country, we have to support them। और हम उनके साथ खड़े, उन्हें financially, mentally, emotionally, socially, जिस चीज़ की support है in behalf of Winnipeg, we all are with them। ਬਿਲਕੁਲ ਜੀ, ਇਹ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਸਰਕਾਰ ਦੁਆਰਾ ਲੋਕਾਂ ਨੂੰ ਪਾੜਿਆ ਜਾਂਦਾ, ਉਸ ਤੋਂ ਬਾਅਦ ਉਹਨਾਂ ਦੇ ਉੱਤੇ ਰਾਜ ਕੀਤਾ ਜਾਂਦਾ ਤੇ ਵੱਖਰੇ ਵੱਖਰੇ ਉਹਨਾਂ ਨੂੰ ਧਰਮਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕੈਮਰਾਮੈਨ ਭਿੰਡਰ ਦੇ ਨਾਲ ਲਖਵਿੰਦਰ ਕੌਸ਼ਿਕ, ਵਿਨੀਪੈਗ, ਕੈਨੇਡਾ। ਕੁਦਰਤੀ ਮੌਸਮ ਬਹੁਤ ਵਧੀਆ ਸੀ। ਬਿਲਕੁਲ ਮੌਸਮ ਵਧੀਆ ਜੀ, ਅਗਲਾ ਹਫਤਾ ਪੂਰਾ ਮੌਸਮ ਲੱਗਦਾ ਨਹੀਂ ਸੀ ਸਿਆਲ। ਜੀ ਬਿਲਕੁਲ। ਉੱਥੇ ਵੀ ਵੱਖਰੇ ਵੱਖਰੇ ਸਟੂਡੈਂਟਸ ਵੱਲੋਂ ਜਾਂ ਜਿਹੜੇ PR ਸੀਗੇ ਉਹਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਨੇ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਆ, ਕਿਸਾਨੀ ਪ੍ਰਤੀ ਦਰਦ ਹੈਗਾ, ਕਿਉਂਕਿ ਆਪਾਂ ਬੈਕ ਹੋਮ ਦੇ ਤੋਂ ਸਾਰੇ ਖੇਤੀਬਾੜੀ ਕਿਤੇ ਨਾਲ ਬਿਲਕੁਲ ਖੇਤੀਬਾੜੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਆ ਜੀ, ਜੁੜੇ ਰਵਾਂਗੇ। ਔਰ ਉਸ ਧਰਤੀ ਦੇ ਮੋਹ ਸਾਨੂੰ ਹੈਗਾ, ਉਸ ਧਰਤੀ ਨਾਲ ਸਾਨੂੰ ਪਿਆਰ ਹੈਗਾ। ਜੇ ਉਸ ਧਰਤੀ ਦੇ ਜਿਹੜੇ ਵਾਰਿਸ ਹੈ, ਅਸਲੀ ਵਾਰਿਸ ਹੈ, ਉਹ ਕਿਸੇ ਮੁਸ਼ਕਿਲ ਵਿੱਚ ਹੈ, ਕਿਸੇ ਤਕਲੀਫ ਵਿੱਚ ਹੈ, ਤੇ ਸਾਨੂੰ ਉਹਨਾਂ ਦਾ ਸਾਥ ਜਿਹੜਾ ਉਹ ਵੱਧ ਚੜ ਕੇ ਦੇਣਾ ਚਾਹੀਦਾ ਜੀ। ਬਿਲਕੁਲ, ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡਾ ਜਿਹੜਾ Facebook ਪੇਜ ਹੈਗਾ ਵੌਇਸ ਆਫ ਇੰਡੀਆ ਮੀਡੀਆ ਤੇ YouTube ਚੈਨਲ ਆ, ਇਹਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਜਿੱਥੇ ਵੀ ਵਿਨੀਪੈਗ ਦੇ ਵਿੱਚ ਕੋਈ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਅਸੀਂ ਤੁਹਾਨੂੰ ਨਾਲ ਜਾਣੂ ਕਰਾਉਂਦੇ ਰਹਾਂਗੇ। ਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਜੇ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦਾ ਰੋਸ ਮੁਜ਼ਾਹਰਾ ਕਰਨਾ ਜਾਂ ਰੈਲੀ ਕਰਨੀ ਆ ਤਾਂ ਉਹਦੀ ਪਰਮਿਸ਼ਨ ਜ਼ਰੂਰ ਲੈ ਲੈਣੀ ਚਾਹੀਦੀ ਜੀ। ਇੱਕ ਗੱਲ ਮੈਂ ਅਖੀਰ ਤੇ ਕਹਿਣੀ ਚਾਹੁੰਦਾ ਜੀ, ਵਾਇਸ ਆਫ ਇੰਡੀਆ ਵੱਲੋਂ ਅਸੀਂ ਇਹ ਜਿਹੜੇ ਅੱਜ ਦੀ ਰੈਲੀ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਆ। ਉੱਥੇ ਨਾਲ ਅਸੀਂ ਚਾਹਾਂਗੇ ਕਿ ਸਾਨੂੰ ਤੁਸੀਂ ਆਪਣੇ ਜਿਹੜੇ ਵਿਊ ਹੈਗੇ ਆ, ਤੁਹਾਡੇ ਆਪਣੇ ਵਿਚਾਰ ਜਿਹੜੇ ਹੈਗੇ ਆ, ਉਹ ਤੁਸੀਂ ਟਿੱਪਣੀਆਂ ਦੇ ਰੂਪ ਵਿੱਚ ਜਿਹੜਾ ਤੁਸੀਂ ਆਪਣੇ
ਕਮੈਂਟ ਦੇ ਸਕਦੇ ਹੋ ਤਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਕਵਰੇਜ ਕਰੀਏ ਉਹਨੂੰ ਹੋਰ ਸੁਚਾਰੂ ਤਰੀਕੇ ਤੱਕ ਤੁਹਾਡੇ ਤੱਕ ਪਹੁੰਚਾ ਸਕੀਏ। ਇਸ ਪ੍ਰੋਗਰਾਮ ਨੂੰ ਲਾਈਵ ਫੇਸਬੁੱਕ ਤੇ ਔਰ YouTube ਤੇ ਵੇਖਿਆ ਜਾ ਰਿਹਾ, ਪੂਰੇ ਸੰਸਾਰ ਵਿੱਚ ਵੇਖਿਆ ਜਾ ਰਿਹਾ। ਅਸੀਂ ਦੇਸ਼ ਵਿਦੇਸ਼ ਬੈਠੇ ਲੋਕਾਂ ਨੂੰ ਵੀ ਕਵਾਂਗੇ ਕਿ ਵਾਇਸ ਆਫ ਇੰਡੀਆ ਤੁਹਾਡੇ ਕਿਸਾਨਾਂ ਦੇ ਅੰਦੋਲਨ ਦੇ ਹਮਾਇਤੀ ਹੈ। ਅਸੀਂ ਚਾਹੁੰਦੇ ਹਾਂ ਕਿ ਕਾਲੇ ਕਾਨੂੰਨ ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਇਹ ਵਾਪਸ ਹੋਣ ਔਰ ਤੁਹਾਨੂੰ ਜਿਹੜਾ ਇਨਸਾਫ ਮਿਲੇ। ਔਰ ਤੁਸੀਂ ਆਪਣੇ ਵਿਚਾਰ ਜਿਹੜੇ ਮੈਂ ਜਿਵੇਂ ਦੱਸਿਆ ਕਮੈਂਟ ਦੇ ਸਕਦੇ ਹੋ ਫੇਸਬੁੱਕ ਤੇ ਵੀ ਔਰ YouTube ਤੇ ਵੀ। ਜੀ ਬਿਲਕੁਲ, ਮੈਂ ਆਪਣੇ ਸਹਿਯੋਗੀ ਬਰਿੰਦਰ ਭਿੰਡਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਅਸੀਂ ਦੋਨਾਂ ਨੇ ਜਿਹੜੀ ਕਵਰੇਜ ਕੀਤੀ ਹੈ ਜਾ ਕੇ ਤੇ ਗਰਾਊਂਡ ਜ਼ੀਰੋ ਦੇ ਉੱਤੋਂ ਅਸੀਂ ਜਿਹੜੀਆਂ ਰਿਪੋਰਟਸ ਨੇ ਤੁਸੀਂ ਦੇਖੀਆਂ ਨੇ ਜਾਂ ਦੇਖ ਰਹੇ ਹੋ, ਇਹਦੇ ਬਾਰੇ ਸਾਨੂੰ ਜ਼ਰੂਰ ਆਪਣੇ ਕਮੈਂਟਸ ਦਿਓ। ਤੇ ਵੌਇਸ ਆਫ ਇੰਡੀਆ ਮੀਡੀਆ ਗਰੁੱਪ ਆ ਜਿਹੜਾ ਉਹ ਹਰ ਵਕਤ ਕਮਿਊਨਿਟੀ ਦੇ ਨਾਲ ਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ, ਬਹੁਤ ਮਿਹਰਬਾਨੀ।